ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਦੋਹਰਾ ਆਹੇ ਸ਼ੁਕਰ ਤੇਰੀ ਦਰਗਾਹ ਦੀਨ ਦੇਖ ਕੀਨਸ ਪਾਤਸ਼ਾਹ ਧਰਮ ਸਿੰਘ ਕੋ ਸਾਦਰ ਪਾਸ ਕਰਿਓ ਬਿਠਾਵਨ ਬਾਕ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਬਹਾਦਰ ਸ਼ਾਹ ਤੇ ਤਾਰਾ ਆਜ਼ਮ ਦਾ ਜੰਗ ਹੋਇਆ। ਬਹਾਦਰ ਸ਼ਾਹ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲੈ ਲਈ ਅਤੇ ਬੇਨਤੀ ਕੀਤੀ, ਮੈਨੂੰ ਜਿਤਾਓ ਨਹੀਂ ਤਾਂ ਮੇਰਾ ਭਰਾ ਮੈਨੂੰ ਮਾਰ ਦੇਵੇਗਾ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਵਾਲ ਦੇ ਉੱਤੇ ਇਸ ਨੂੰ ਜਿਤਾਉਣ ਦਾ ਵਾਅਦਾ ਕੀਤਾ ਵੀ ਜਿਹੜਾ ਅਸੀਂ ਇੱਕ ਸਵਾਲ ਕਰਾਂਗੇ ਸਾਡਾ ਉਹ ਪੂਰਾ ਕਰ ਦੇਈਂ। ਤਾਂ ਇਸ ਨੇ ਲਿਖਤੀ ਰੂਪ ਦੇ ਵਿੱਚ ਮੰਨਿਆ ਕਿ ਜੋ ਤੁਸੀਂ ਕਹੋਗੇ ਮੈਂ ਜ਼ਰੂਰ ਪੂਰਾ ਕਰਾਂਗਾ, ਪਰ ਤੁਸੀਂ ਕਿਰਪਾ ਕਰਕੇ ਮੇਰੀ ਜਿੱਤ ਕਰਾ ਦਿਓ। ਅਤੇ ਅਖੀਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ। ਜਿਸ ਵੇਲੇ ਤਾਰਾ ਆਜ਼ਮ ਜੰਗ ਦੇ ਵਿੱਚ ਸਾਹਮਣੇ ਆਇਆ ਬਹਾਦਰ ਸ਼ਾਹ ਦੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਇਕੱਠੇ 2 ਤੀਰ ਭੱਥੇ 'ਚੋਂ ਕੱਢੇ ਅਤੇ ਕਮਾਨ 'ਤੇ ਚੜ੍ਹਾ ਕੇ ਛੱਡ ਦਿੱਤੇ ਅਤੇ ਦੋਨੇ ਤੀਰ ਤਾਰਾ ਆਜ਼ਮ ਦੇ ਮੱਥੇ ਵਿੱਚ ਜਾ ਕੇ ਖੁੱਭ ਗਏ, ਆਰ ਪਾਰ ਹੋ ਗਏ ਔਰ ਡਿੱਗ ਪਿਆ, ਘੋੜੇ ਤੋਂ ਮਰ ਗਿਆ, ਹਾਥੀ ਤੋਂ ਡਿੱਗਦਾ ਹੋਇਆ ਮਰ ਗਿਆ ਅਤੇ ਉਸ ਦੇ ਨਾਲ ਹੋਰ ਵੀ ਕਈ ਸਾਥੀ ਡਿੱਗ ਪਏ। ਅਤੇ ਇਸ ਤਰ੍ਹਾਂ ਕੁਝ ਉਸ ਦੇ ਨੇੜੇ ਦੇ ਮੰਤਰੀ ਵੀ ਮਰ ਗਏ ਅਤੇ ਉਹ ਵੀ ਮਰ ਗਿਆ। ਉਸ ਤੋਂ ਬਾਅਦ ਜੰਗ ਸਮਾਪਤ ਹੋ ਗਿਆ, ਫੌਜਾਂ ਰੁਕ ਗਈਆਂ ਜੰਗ ਕਰਨ ਤੋਂ। ਫਿਰ ਉਹ ਤੀਰ ਪਤਾ ਕੀਤਾ ਵੀ ਕਿਹਦੇ ਹੈ। ਵੈਸੇ ਤਾਂ ਬਹਾਦਰ ਸ਼ਾਹ ਨੂੰ ਪਤਾ ਹੀ ਸੀਗਾ, ਪਰ ਬਹਾਦਰ ਸ਼ਾਹ ਮੁਸਲਮਾਨਾਂ ਤੋਂ ਜਾਂ ਆਪਣੀ ਫੌਜ ਤੋਂ ਗੁਪਤ ਰੱਖਦਾ ਸੀਗਾ, ਦੱਸਣਾ ਨਹੀਂ ਸੀ ਚਾਹੁੰਦਾ ਕਿ ਮੇਰੀ ਇਹ ਜਿਹੜੀ ਸਹਾਇਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ। ਤੋ ਖੈਰ ਤੀਰਾਂ ਤੋਂ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਹੈ, ਕਿਉਂਕਿ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਦੇ ਤੀਰ ਹੈ ਜਿਨ੍ਹਾਂ ਦੇ ਮੂਹਰੇ ਲੋਹੇ ਦੀ ਮੁਖੀ ਅਤੇ ਪਿੱਛੇ 1 ਤੋਲਾ ਸੋਨਾ ਦਾ ਪੋਲਰਾ ਬਣਾ ਕੇ ਚੜ੍ਹਾਇਆ ਹੁੰਦਾ ਸੀ। ਕਹੋ ਸਤਨਾਮ ਸਿੰਘ। ਉਸ ਤੋਂ ਬਾਅਦ ਰਾਜਾ ਖੁਸ਼ ਹੋਇਆ, ਧਰਮ ਸਿੰਘ ਦੇ ਕੋਲ ਸਤਿਗੁਰਾਂ ਦਾ ਧੰਨਵਾਦ ਕਰਦਾ ਹੈ ਔਰ ਜੰਗ ਰੁਕ ਗਈ ਹੈ। ਡੇਰਾ ਕਰਦੇ ਆਪਣੇ ਤੰਬੂਆਂ ਦੇ ਵਿੱਚ। ਉਸ ਤੋਂ ਬਾਅਦ ਅੱਗੇ ਕੀ ਹੁੰਦਾ ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਆਹੇ ਸ਼ੁਕਰ ਤੇਰੀ ਦਰਗਾਹ, ਦੀਨ ਦੇਖ ਕੀਨਸ ਪਾਤਸ਼ਾਹ। ਤਾਂ ਜਿਸ ਵੇਲੇ ਤਾਰਾ ਆਪਣੇ ਤਾਰਾ ਅੱਜ ਮਾਰਾ ਗਿਆ ਗੁਰੂ ਪਿਆਰਿਓ, ਤੇ ਬਹਾਦਰ ਸ਼ਾਹ ਕਹਿੰਦਾ ਹੈ ਅੱਲਾ ਪਾਕ ਤੇਰਾ ਸ਼ੁਕਰ ਹੈ ਤੇਰੀ ਦਰਗਾਹ ਦੇ ਵਿੱਚ। ਧਰਮ ਸਿੰਘ ਕੋ ਸਾਦਰ ਪਾਸ, ਕਰਿਓ ਬਿਠਾਵਨ ਬਾਕ ਪ੍ਰਕਾਸ਼। ਔਰ ਧਰਮ ਸਿੰਘ ਨੂੰ ਆਪਣੇ ਕੋਲ ਸਤਕਾਰ ਸਹਿਤ ਬਿਠਾ ਕਰਕੇ ਗੱਲ ਕਰਦਾ ਹੈ। ਧੰਨ ਗੁਰੂ ਮਮ ਮਦਦ ਨਿਭਾਹੀ, ਪੂਰਨ ਬਾਕ ਦੀ ਪਾਤਸ਼ਾਹੀ। ਔਰ ਧੰਨ ਹੈ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਣੇ ਬਚਨ ਪੂਰੇ ਕੀਤੇ, ਮੈਨੂੰ ਗਰੀਬ ਜਾਣ ਕੇ ਰਾਜ ਬਖਸ਼ਿਆ ਹੈ ਜੀ। ਉਨ ਸਗਰੇ ਉਮਰਾਵ ਬੁਲਾਏ, ਜਿਤਕ ਸਭਾ ਸਤ ਸੇ ਚਲ ਆਏ। ਔਰ ਫੇਰ ਗੁਰੂ ਪਿਆਰਿਓ ਇਸ ਦੇ ਜਿਹੜੇ ਵਜ਼ੀਰ ਮੰਤਰੀ ਸਨ ਨੇੜੇ ਦੇ ਵੱਡੇ, ਉਹ ਸਾਰੇ ਇਹਦੇ ਕੋਲ ਇਕੱਠੇ ਹੋਣ ਲੱਗੇ। ਦੋਨੋਂ ਤੀਰ ਦਿਖਾਵਨ ਕਰੇ, ਇਹ ਕਿਸ ਕੀ ਤਰਕਸ਼ में ਭਰੇ। ਔਰ ਦੋਨੇ ਤੀਰ ਹੱਥ ਵਿੱਚ ਲੈ ਕੇ ਬੈਠਾ ਹੈ, ਤਾਰਾ ਆਜਮ ਦੇ ਮੱਥੇ ਵਿੱਚੋਂ ਕੱਢ ਲਏ। ਔਰ ਦੋਨੇ ਤੀਰ ਆਪਣੇ ਹੱਥ ਵਿੱਚ ਲੈ ਕੇ ਬੈਠਾ ਹੈ ਤੇ ਕਹਿੰਦਾ ਇਹਨਾਂ ਤੀਰਾਂ ਦੇ ਨਾਲ ਤਾਰਾ ਆਜਮ ਮਾਰਿਆ ਗਿਆ, ਇਹ ਤੀਰ ਕਿਸ ਦੇ ਹਨ ਭਲਾ? ਬੋਲੇ ਬਹੁ ਵਡਾਈ ਕਰਤਬੈ, ਇਹ ਮੇਰੇ ਕਰਕੇ ਲੱਗ ਜਬੈ। ਹੁਣ ਸਾਰੇ ਸੁੱਕੀ ਸ਼ਾਬਾਸ਼ ਲੈਣ ਨੂੰ ਫਿਰਦੇ ਸੀ। ਕੋਈ ਕਹਿੰਦਾ ਮੇਰੇ ਪੱਥੇ ਦੇ ਤੀਰ ਹੈ, ਕੋਈ ਕਹਿੰਦਾ ਮੇਰੇ ਪੱਥੇ ਦੇ ਤੀਰ ਹੈ। ਖਬਰ ਕਹੇ ਮੈਂ ਚਿਤ ਮਾਰੇ, ਤ੍ਰਿਤੀ ਕਹੇ ਮੈਂ ਸੁਮੁਖ ਪ੍ਰਹਾਰੇ। ਦੂਜਾ ਕਹਿੰਦਾ ਮੈਂ ਸਾਹਮਣੇ ਆਇਆ ਸੀ, ਮੈਂ ਛੱਡੇ ਸੀਗੇ। ਤੀਜਾ ਕਹਿੰਦਾ ਮੈਂ ਮਾਰੇ ਆ ਸਾਹਮਣੇ ਹੋ ਕੇ। ਸਭ ਤੇ ਲਈ ਕਰਤ ਨਾ ਮਿਲਾਏ, ਕਿਨ ਸੋ ਮਿਲੇ ਨਾ ਸਮਤਾ ਪਾਏ। ਬਹਾਦਰ ਸ਼ਾਹ ਕਹਿੰਦਾ ਵੀ ਤੁਹਾਡੇ ਦੂਜੇ ਤੀਰ ਕੱਢੋ, ਨਾਲ ਮਿਲਾ ਕੇ ਦੇਖੀਏ। ਹੁਣ ਧੰਨ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਦੇ ਨਾਲ ਵੀ ਕਿਸੇ ਦਾ ਤੀਰ ਮੇਲ ਨਹੀਂ ਖਾਂਦਾ। ਜਾਨੇ ਸ਼ਾਹ ਭੇਵ ਤਿਨ ਸਾਰਾ, ਤੁਰਕਨ ਤੇ ਪੈ ਧਰਨਾ ਉਚਾਰਾ। ਔਰ ਗੁਰੂ ਪਿਆਰਿਓ ਭਾਵੇਂ ਬਹਾਦਰ ਸ਼ਾਹ ਨੂੰ ਪਤਾ ਸਾਰੇ ਭੇਦ ਦਾ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਨ, ਪਰ ਤੁਰਕਾਂ ਤੋਂ ਡਰਦਾ ਹੋਇਆ ਉਹਨਾਂ ਦੇ ਸਾਹਮਣੇ ਦੱਸਦਾ ਨਹੀਂ ਬਈ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਮਿਲਿਆ ਸੀ, ਉਹਨਾਂ ਨੇ ਮਦਦ ਕੀਤੀ ਹੈ। ਤੋ ਤੀਰ ਜੈਬ ਹੈ ਕਿ ਤਰਕਸ਼ ਕੀ ਸਭ ਲਹੈ। ਔਰ ਉਹਨਾਂ ਨੂੰ ਕਹਿੰਦਾ ਵੀ ਇਹ ਤੀਰ ਤੁਹਾਡੇ ਤਾਂ ਨਹੀਂ, ਇਹ ਤਾਂ ਅਜਾਇਬ ਭਾਵ ਅਨੋਖੇ ਤੀਰ ਹਨ। ਕੀਰਤਕ ਕਹੇ ਫਰਿਸ਼ਤੇ ਆਏ, ਤੁਮ ਸਹਾਇਤਾ ਹਿਤ ਸਮੁਦਾਏ। ਕੋਈ ਕਹਿੰਦਾ ਜੀ ਤੁਹਾਨੂੰ ਤਾਂ ਦਰਗਾਹੋਂ ਫਰਿਸ਼ਤਿਆਂ ਨੇ ਮਦਦ ਕੀਤੀ ਲੱਗਦੀ ਹੈ। ਅਜ ਕੈਬੀ ਦਲ ਮਾਰਤ ਹੀਰਾ, ਕਰਿਓ ਪ੍ਰਤਾਪ ਖੁਦਾਈ ਬਡੇਰਾ। ਅਸੀਂ ਗੈਬੀ ਦਲ ਨੂੰ ਚੱਲਦਾ ਵੇਖਿਆ, ਭਾਵ ਸੀਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਹੀਦੀ ਫੌਜਾਂ, ਤੇ ਤੁਰ ਕਹਿੰਦੇ ਅਸਲ ਦੇ ਵਿੱਚ ਕੋਈ ਗੈਬੀ ਦਲ ਆਇਆ ਸੀਗਾ ਜਿਸ ਨੇ ਤਾਰੇ ਆਜਮ ਨੂੰ ਹਰਾ ਦਿੱਤਾ ਹੈ। ਸੁਣ ਪਿਕ ਕਰ ਸਭ ਹੈ ਬਿਸਮਾਦੇ, ਸਲਤਨ ਪਾਏ ਸ਼ਾਹੋ ਅਹਲਾਦੇ। ਇਉਂ ਗੱਲਾਂ ਕਰਕੇ ਸਾਰੇ ਹੈਰਾਨ ਵੀ ਹੁੰਦੇ ਐ, ਖੁਸ਼ ਵੀ ਹੁੰਦੇ ਐ, ਅਤੇ ਬਹਾਦਰ ਸ਼ਾਹ ਵੀ ਬੜਾ ਖੁਸ਼ ਹੈ। ਭਈ ਸ਼ਾਂਤ ਸਭ ਮਿਟਿਓ ਬਕੀਰਾ, ਇਸ ਕਾਰਨ ਤੇ ਹਰਕ ਬਡੇਰਾ। ਇਉਂ ਜਿਹੜੀ ਲੜਾਈ ਸੀ ਉਹ ਸਮਾਪਤ ਹੋ ਗਈ ਆ ਹੁਣ, ਤੇ ਬਹਾਦਰ ਸ਼ਾਹ ਕਹਿੰਦੇ ਬੜਾ ਖੁਸ਼ ਹੈ। ਕੀਰਤਕ ਦਿਵਸ ਬਤਾਇ ਕੈ, ਧਰਮ ਸਿੰਘ ਬੁਲਵਾਈ। ਔਰ ਆਵਾਜ਼ਾਂ ਬੰਦ ਕਰੋ ਬਈ। ਕੁਝ ਦਿਨਾਂ ਦੇ ਬਾਅਦ ਬਹਾਦਰ ਸ਼ਾਹ ਨੇ ਧਰਮ ਸਿੰਘ ਨੂੰ ਆਪਣੇ ਕੋਲ ਸੱਦਿਆ। ਸਾਦਰ ਸ਼ਾਹ ਬਹਾਦਰ ਸਭ ਬਿਦਤ ਹੈ ਸਮਝਾਏ। ਇਸ ਤਰ੍ਹਾਂ ਸਤਕਾਰ ਸਹਿਤ ਬਹਾਦਰ ਸ਼ਾਹ ਨੇ ਧਰਮ ਸਿੰਘ ਨੂੰ ਕੋਲ ਬੁਲਾਇਆ। ਸਤਕਾਰ ਸਹਿਤ ਉਸ ਨੂੰ ਸਮਝਾਉਂਦਾ ਹੈ ਕਿ ਗੁਰੂ ਪਾਤਸ਼ਾਹ ਨੂੰ ਧੰਨਵਾਦ ਕਹੀਂ। ਭਾਈ ਮੈਂ ਅਬ ਜਾਓ ਆਗਰੇ ਨਗਰੰ, ਕਰੋ ਸੰਭਾਲ ਲਸ਼ਕਰ ਸਗਰੰ। ਔਰ ਆਗਰਾ ਇਹਨਾਂ ਦੀ ਰਾਜਧਾਨੀ ਬਣਾਈ ਹੋਈ ਸੀ ਗੁਰੂ ਪਿਆਰਿਓ। ਇਹ ਕਹਿਣ ਲੱਗਿਆ ਹੁਣ ਮੈਂ ਜਾਂਦਾ ਹਾਂ ਆਗਰੇ ਤੇ ਸਾਰੀ ਫੌਜ ਨੂੰ ਸੰਭਾਲਦਾ ਹਾਂ, ਭਾਵ ਆਪਣੀ ਕਮਾਨ ਹੇਠਾਂ ਸਭ ਨੂੰ ਲੈਂਦਾ ਹਾਂ। ਕਹਾਂ ਬੈਠ ਕਰ ਲੈ ਬੋ ਤੈਬੋ, ਸਭ ਸੂਬਨ ਸਭ ਥਾਨ ਪਠੇਬੋ। ਔਰ ਮੈਂ ਆਪ ਦੇ ਸੂਬੇਦਾਰ ਫਿੱਟ ਕਰੂੰਗਾ। ਜਦੋਂ ਨਵੀਂ ਸਰਕਾਰ ਬਣਦੀ ਹੈ ਫਿਰ ਉਹ ਆਪ ਦੇ ਬੰਦੇ ਲਾਉਂਦੀ ਆ। ਇਸੇ ਤਰ੍ਹਾਂ ਜਦੋਂ ਇਹਨੂੰ ਰਾਜ ਮਿਲ ਗਿਆ ਫਿਰ ਇਸ ਨੇ ਆਪ ਦੇ ਗੁਰੂ ਪਿਆਰਿਓ ਜੋ ਇਮਾਨਦਾਰ ਬੰਦੇ ਜਾਂ ਜਿਹੜੇ ਇਹਦੀ ਗੱਲ ਸਮਝਣ ਵਾਲੇ ਸੀ ਉਹਨਾਂ ਨੂੰ ਇਸ ਨੇ ਲਾਉਣਾ ਸੀਗਾ। ਕਹਿੰਦਾ ਮੈਂ ਹੁਣ ਆਗਰੇ ਜਾ ਕਰਕੇ
ਆਪਣੇ ਸੂਬੇਦਾਰ ਇਲਾਕਿਆਂ ਵਿੱਚ ਭੇਜਾਂਗਾ। ਅਬ ਜਾਏ ਕਿਰਪਾ ਨਿਤ ਪਾਸੀ ਕਰੋ ਫਤਿਹ ਕੀ ਬਾਤ ਪ੍ਰਕਾਸ਼ੀ। ਜਾਂ ਧਰਮ ਸਿੰਘ ਤੂੰ ਵੀ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇਸ ਜਿੱਤ ਦੀ ਗੱਲ ਕਰੀ ਅਤੇ ਮੋਹੇ ਬੰਦਗੀ ਜਾਏ ਸੁਨਾਵੋ ਕਰ ਬਿਨਤੀ ਪੁਰ ਕੋ ਲੈ ਆਹੋ। ਬੰਦਗੀ ਦਾ ਮਤਲਬ ਹੈ ਬੰਦਨਾ। ਮੇਰੇ ਵੱਲੋਂ ਵੀ ਸਤਿਗੁਰ ਦੇ ਚਰਨਾਂ ਵਿੱਚ ਨਮਸਕਾਰ ਕਰੀ, ਮੇਰੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੀ ਤੇ ਬੇਨਤੀ ਕਰੀ ਕਿ ਮੈਨੂੰ ਆ ਕੇ ਮਿਲਣ ਆਗਰੇ 'ਚ। ਆਪਣਾ ਜਾਨੋ ਦਰਸ ਦਿਖਾਵੋ ਬਿਨਾ ਬਿਨਮਿਤ ਮਗ ਪਗ ਪਾਵੋ। ਔਰ ਉਹਨਾਂ ਨੂੰ ਜਾ ਕੇ ਕਹਿ ਦੇਈ ਕਿ ਮੈਨੂੰ ਆਪਣਾ ਜਾਣ ਕੇ ਦਰਸ਼ਨ ਦੇਣ, ਬਿਨਾਂ ਦੇਰ ਲਾਇਆ ਜਲਦੀ ਇੱਧਰ ਚੱਲ ਪੈਣ। ਸਿਰੇ ਪਾਓ ਪੰਚਨ ਕੋ ਦੀਨੇ ਚਲੇ ਸਿੰਘ ਜਿਤ ਗੁਰੂ ਪਰ ਬੀਨੇ। ਔਰ ਧਰਮ ਸਿੰਘ ਦੇ ਨਾਲ ਪੰਜਾਂ ਸਿੰਘਾਂ ਨੂੰ ਵੀ ਸਰੋਪੇ ਦੇ ਕਰਕੇ ਬਹਾਦਰ ਸ਼ਾਹ ਨੇ ਆਪਣੇ ਕੋਲੋਂ ਵਿਦਾ ਕੀਤਾ ਹੈ। ਦਿੱਲੀਪੁਰ ਕੇ ਮਗ ਚਲੇ ਆਏ ਮਿਲਿਓ ਧਰਮ ਸਿੰਘ ਸੀਸ ਨਿਭਾਏ। ਔਰ ਫਿਰ ਦਿੱਲੀ ਦੇ ਰਾਹੀਂ ਚਲੋ ਚਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਆ ਰਹੇ ਨੇ। ਔਰ ਜਿੱਥੇ ਇਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਿਲੇ ਉੱਥੇ ਆ ਕਰਕੇ ਧਰਮ ਸਿੰਘ ਹੋਰਾਂ ਨੇ ਪੰਜਾਂ ਸਿੰਘਾਂ ਨੇ ਆ ਕੇ ਪ੍ਰੀਤਮ ਨੂੰ ਨਮਸਕਾਰ ਕੀਤੇ ਹੈ। ਸਨਮੁਖ ਬੈਠਿਓ ਜੁਗ ਕਰ ਜੋਰੇ ਸ੍ਰੀ ਮੁਖ ਭਨਿਓ ਹੀਰ ਗੁਣ ਔਰੇ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਸਾਹਮਣੇ ਬੈਠ ਕੇ ਫਿਰ ਸਾਰੀ ਗੱਲ ਧਰਮ ਸਿੰਘ ਨੇ ਜੰਗ ਦੀ ਦੱਸਣੀ ਕੀਤੇ। ਹੋਏ ਸੋ ਜਿਮ ਸੁਲਤਾਨੀ ਜੰਗ ਵਿਜੇ ਪਰਾਜੇ ਕਹੋ ਪ੍ਰਸੰਗ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੁਣ ਤੂੰ ਐਂ ਕਰ ਧਰਮ ਸਿੰਘ, ਜਿਵੇਂ ਉੱਥੇ ਜੰਗ ਹੋਇਆ ਉਹ ਸਾਰਾ ਮੈਨੂੰ ਦੱਸਣਾ ਕਰ। ਸੁਲਤਾਨੀ ਭਾਵ ਮੁਸਲਮਾਨਾਂ ਦਾ, ਤੁਰਕੀ ਹਨ ਦੋਨੇ ਪਾਸੇ, ਕਿਵੇਂ ਜਿੱਤ ਹੋਈ ਫਿਰ ਤੇ ਕਿਵੇਂ ਹਾਰ ਹੋਈ। ਧਰਮ ਸਿੰਘ ਸੁਨ ਤਬੇ ਉਚਾਰੀ ਜਾਣਤ ਆਪ ਜਗਤ ਗਤ ਸਾਰੀ। ਧਰਮ ਸਿੰਘ ਕਹਿਣ ਲੱਗਿਆ ਮਹਾਰਾਜ ਤੁਹਾਡੇ ਤੋਂ ਕੀ ਗੁੱਝਿਆ, ਸਾਰੇ ਕੰਮ ਤਾਂ ਤੁਹਾਡੇ ਹੀ ਆ, ਤੁਹਾਡੇ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ। ਤੁਸੀਂ ਤਾਂ ਸਾਰੇ ਸੰਸਾਰ ਵਿੱਚ ਜੋ ਹੋ ਰਿਹਾ ਉਸ ਗਤੀ ਨੂੰ ਚਾਲ ਨੂੰ ਜਾਣਦੇ ਹੋ। ਵੇਦਤ ਗੁਪਤ ਜੇਤਕ ਸਭ ਜਾਣੋ ਪ੍ਰਭ ਜੀ ਤੁਮ ਤੇ ਕਹੋ ਨਾ ਛਾਨੋ। ਤੁਹਾਨੂੰ ਤਾਂ ਗੁਪਤ ਪ੍ਰਗਟ ਸਭ ਕੁਝ ਪਤਾ ਹੈ ਮਹਾਰਾਜ, ਔਰ ਮੈਂ ਤੁਹਾਨੂੰ ਕੀ ਦੱਸਾਂ ਤੁਹਾਡੇ ਤੋਂ ਕੀ ਲੁਕਿਆ ਹੈ। ਸਰਬ ਚਰਿਤਰ ਕੀ ਕਰਨੇ ਹਾਰੀ ਕਰਮ ਕਰਤ ਪੀ ਰਹੋ ਪਿਆਰੀ। ਤੁਸੀਂ ਸਭ ਕੁਝ ਕਰਦੇ ਹੋਏ ਵੀ ਨਿਰਲੇਪ ਹੋ। ਇਸੇ ਕਰਕੇ ਤਾਂ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ ਹੈ ਕਿ ਕਰਮ ਨੂੰ ਕਰਕੇ ਵੀ ਅਸੀਂ ਹੰਕਾਰ ਕਰਕੇ ਇਹ ਨਹੀਂ ਕਹਿਣਾ ਕਿ ਮੈਂ ਕੀਤਾ। ਕਰਮ ਕਰਤ ਹੋਵੇ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਸੁਖਮਨੀ ਸਾਹਿਬ ਦਾ ਬਚਨ ਹੈ। ਤੇ ਵਾਕਿਆ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੀਤਾ ਸਾਡੇ ਲਈ, ਪਰ ਜਨਾਇਆ ਨਹੀਂ ਗਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਰਵੰਸ ਵਾਰ ਦਿੱਤਾ। ਜਿਸ ਵੇਲੇ ਦਇਆ ਸਿੰਘ ਨੇ ਕਿਹਾ ਮਹਾਰਾਜ ਫਿਰ ਤੁਸੀਂ ਅੰਮ੍ਰਿਤ ਵੱਟੇ ਕੀ ਦਿਓਗੇ? ਬਾਦਸ਼ਾਹ ਕਹਿੰਦੇ ਮੇਰਾ ਵੀ ਸੀਸ ਹਾਜ਼ਰ ਹੈ, ਕੱਟ ਲਓ। ਕਹਿੰਦੇ ਨਹੀਂ ਮਹਾਰਾਜ ਜੀ ਕੀ ਗੱਲ ਬਣੀ, ਸਿੱਖ ਵੀ ਇੱਕ ਸੀਸ ਦੇਵੇ ਤੇ ਗੁਰੂ ਵੀ। ਚਾਣ ਚੱਕ ਵੈਸੀ ਗੱਲ ਹੋ ਗਈ। ਪਰ ਬਾਦਸ਼ਾਹ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਇੱਕ ਸੀਸ ਦੀ ਕਿਆ ਗੱਲ ਹੈ, ਮੈਂ ਸਾਰਾ ਵੰਸ਼ ਹੀ ਲਾ ਦਿਆਂਗਾ ਇਸ ਅੰਮ੍ਰਿਤ ਪਿੱਛੇ। ਇਸ ਅੰਮ੍ਰਿਤ ਦੀ ਮਹਿਮਾ ਤੇ ਇਸ ਦਾ ਮੁੱਲ ਦੱਸਿਆ। ਇੱਕ ਸੀਸ ਵੀ ਇਹਦਾ ਮੁੱਲ ਨਹੀਂ ਹੈ। ਸਤਿਗੁਰਾਂ ਨੇ ਆਪਣੇ ਚਾਰੇ ਸਾਹਿਬਜ਼ਾਦੇ ਮਾਤਾ ਪਿਤਾ ਵੀ ਸ਼ਹੀਦ ਕਰਵਾਏ ਤੇ ਆਪ ਵੀ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਈ ਆ। ਧੰਨ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਗੁਰੂ ਪਿਆਰਿਓ। ਖੈਰ ਅੱਗੇ ਚੱਲੀਏ। ਸਤਿਗੁਰੂ ਪਾਤਸ਼ਾਹ ਜੀ ਨੂੰ ਧਰਮ ਸਿੰਘ ਇਉਂ ਵਡਿਆਈ ਦਿੰਦਾ ਹੈ ਕਿ ਤੁਸੀਂ ਸਭ ਕੁਝ ਕਰਦੇ ਹੋਏ ਵੀ ਨਿਹਕਰਮ ਹੋ। ਆਇਸ ਤੇ ਹਮ ਕਹੇ ਸੁਨਾਏ 14 ਤੇ ਲਸ਼ਕਰ ਉਮੜਾਏ। ਚਲੋ ਤੁਹਾਡਾ ਹੁਕਮ ਹੈ, ਤੁਹਾਡੀ ਆਗਿਆ ਮੰਨਦੇ ਹੋਏ ਅਸੀਂ ਉਚਾਰਨ ਕਰ ਦਿੰਨੇ ਆ। ਵੈਸੇ ਤੁਹਾਨੂੰ ਪਤਾ ਹੀ ਹੈ ਸਾਰਾ। ਮਹਾਰਾਜੋ ਜਦੋਂ 4 ਛਪੇਰਿਓਂ ਲਸ਼ਕਰ ਉੱਡ ਕੇ ਆ ਗਿਆ, ਭਾਵ ਜਦੋਂ ਫੌਜ ਇਕੱਠੀ ਹੋ ਕੇ ਪੈਂਦੀ ਆ 4 ਛਪੇਰਿਓਂ ਘੇਰਾ ਪਾਉਣ ਦੇ ਲਈ, ਚਾਰੇ ਪਾਸਿਆਂ ਤੋਂ ਲਸ਼ਕਰ ਆ ਰਿਹਾ ਹੈ। ਔਪ ਤੁਪ ਕਤੀ ਪਾਰਨ ਗਾਡੋ ਹੋਤ ਪਰਾਜੇ ਹੀਰਤ ਠਾਂਡੋ। ਸਾਹਮਣੇ ਪਾਸਿਓਂ ਤਾਰਾ ਆਜਮ ਦਾ ਲਸ਼ਕਰ ਆ ਰਿਹਾ ਤੇ ਇਧਰੋਂ ਬਹਾਦਰ ਸ਼ਾਹ ਦਾ ਲਸ਼ਕਰ ਆ ਰਿਹਾ। ਮਹਾਰਾਜ ਫਿਰ ਤੋਪਾਂ ਬੰਦੂਕਾਂ ਦੇ ਨਾਲ ਜੰਗ ਹੋਣ ਲੱਗਿਆ। ਦੀਨ ਹੋਏ ਕੇ ਬਹੁ ਗਿਆ ਹੋ ਤਬ ਰਾਵਰ ਨੇ ਦਰਸ ਦਿਖਾਇਓ। ਤੇ ਮਹਾਰਾਜ ਜਦੋਂ ਬਹਾਦਰ ਸ਼ਾਹ ਨੇ ਦੇਖਿਆ ਵੀ ਮੈਂ ਹਾਰੂੰਗਾ, ਹੁਣ ਨਹੀਂ ਬਚਦਾ, ਮੇਰੀ ਫੌਜ ਹੀ ਕਿੰਨੀ ਕਾ। ਜਿਵੇਂ ਅੱਜ ਦਾ ਰੂਸ ਤੇ ਯੂਕਰੇਨ ਦਾ ਜੰਗ ਹੋ ਰਿਹਾ ਗੁਰੂ ਪਿਆਰੋ, ਇੱਕ ਪਾਸੇ ਰੂਸ 10 ਗੁਣਾ ਫੌਜ ਲੈ ਕੇ ਖੜਾ, ਦੂਜੇ ਪਾਸੇ ਪਤਾ ਨਹੀਂ ਕੀ ਪਰਮੇਸ਼ਰ ਦੀ ਕੋਈ ਕਿਰਪਾ ਉਸ ਪਾਸੇ ਫਿਰ ਵੀ ਉਹ 19-20 ਦਿਨਾਂ ਤੋਂ ਲੜ ਰਹੇ ਨੇ। ਤਾਂ ਖੈਰ
ਇਧਰ ਬਹਾਦਰ ਸ਼ਾਹ ਨੇ ਦੇਖਿਆ ਕਿ ਮੈਂ ਗਿਆ, ਹੁਣ ਨਹੀਂ ਮੈਂ ਬਚਦਾ, ਹਜੇ ਵੀ ਤਾਰਾ ਆਜਮ ਕੋਲ ਕਿੰਨੀ ਫੌਜ ਹੈ। ਔਰ ਜਦੋਂ ਉਸਨੇ ਵੇਖਿਆ ਤਾਂ ਉਹ ਘਿਘਿਆਉਣ ਲੱਗਿਆ। ਘਿਘਿਆਉਣਾ ਕੀ ਹੁੰਦਾ ਹੈ? ਮਿੰਨਤਾਂ ਕਰਨੀਆਂ। ਮਹਾਰਾਜ ਬਹਾਦਰ ਸ਼ਾਹ ਮੇਰੀਆਂ ਮਿੰਨਤਾਂ ਕਰਨ ਲੱਗਿਆ, ਧਰਮ ਸਿਆ ਕਰ ਕੁਛ। ਤਾਰਾ ਆਜਮ ਤੁਰਤ ਸੰਗਾਰਾ, ਬਜੋ ਵਿਜੇ ਕੋ ਤਬੇ ਨਗਾਰਾ। ਜਦੋਂ ਉਸਨੇ ਮੈਨੂੰ ਰੋਂਦੇ ਹੋਏ ਘਿਘਿਆਉਂਦੇ ਹੋਏ ਕਿਹਾ, ਤਾਰਾ ਆਜਮ ਕਹੋ ਗੁਰੂ ਨੂੰ ਕਰ ਬੇਨਤੀ, ਉਹ ਆ ਕੇ ਮੇਰੀ ਮਦਦ ਕਰਨ। ਤੇ ਜਦੋਂ ਹੀ ਅਸੀਂ ਬੇਨਤੀ ਕੀਤੀ, ਤੁਸੀਂ ਤੁਰੰਤ ਹੀ ਉੱਥੇ ਪਹੁੰਚ ਕਰਕੇ ਤਾਰੇ ਆਜਮ ਨੂੰ 2 ਤੀਰ ਮਾਰ ਕੇ ਮਾਰ ਦਿੱਤਾ ਹੈ। ਆਨ ਮਿਲੇ ਸੂਬੇ ਸਮਦਾਏ, ਸ਼ਾਹੂ ਬਹਾਦਰ ਸਲਤਨ ਪਾਏ। ਬਸ ਜਰਨੈਲ ਦੇ ਰਾਜੇ ਦੇ ਮਰਦਿਆਂ ਹੀ ਜੰਗ ਖਤਮ ਹੋ ਗਿਆ ਮਹਾਰਾਜ। ਫਿਰ ਸਾਰੇ ਜਿੰਨੇ ਸੂਬੇਦਾਰ ਸੀ, ਜਿੰਨੇ ਜਰਨੈਲ ਸੀ ਫੌਜ ਦੇ, ਇਹ ਸਾਰੇ ਬਹਾਦਰ ਸ਼ਾਹ ਕੋਲ ਆ ਕੇ ਝੁਕੇ, ਕਿਉਂਕਿ ਫੌਜ ਨੂੰ ਰਾਜਾ ਚਾਹੀਦਾ। ਉਹਨਾਂ ਦਾ ਰਾਜਾ ਮਾਰਿਆ ਗਿਆ, ਹੁਣ ਸਾਰੀ ਫੌਜ ਜਿਹੜੀ ਹੈ ਉਹ ਰਾਜਾ ਬਹਾਦਰ ਸ਼ਾਹ ਦੇ ਨਾਲ ਰਲ ਗਈ ਆ। हमको रुखसत करे पठाए, तुमको बहुत बंदगी गाए। ਫਿਰ ਉਸਨੇ ਮਹਾਰਾਜ ਉੱਥੋਂ ਵਿਦਾ ਹੋਣਾ ਕੀਤਾ। ਉਸ ਤੋਂ ਪਹਿਲਾਂ ਸਾਨੂੰ ਵਿਦਾ ਕੀਤਾ, ਰੁਖਸਤ ਕੀਤਾ, ਤੇ ਨਾਲੇ ਤੁਹਾਨੂੰ ਬਹੁਤ ਸਾਰੀ ਬੰਦਗੀ ਮਤਲਬ ਬੇਨਤੀਆਂ ਕਰਦਾ ਹੈ, ਨਮਸਕਾਰਾਂ ਕਰਦਾ ਹੋਇਆ ਕਹਿੰਦਾ ਹੈ। तेरो आगरे नगर में जाना, ते दर्शन कर दे उदारा। ਔਰ ਉਹ ਬੇਨਤੀ ਕਰਦਾ ਹੈ ਕਿ ਮੈਂ ਹੁਣ ਆਗਰੇ ਜਾਊਂਗਾ, ਜਿਹੜੀ ਸਾਡੀ ਦਿੱਲੀ ਦੀ ਰਾਜਧਾਨੀ ਸੀਗੀ, ਮੈਂ ਆਗਰੇ ਜਾ ਕੇ ਟਿਕੂੰਗਾ, ਰੁਕੂੰਗਾ, ਤੇ ਤੂੰ ਜਾ ਕੇ ਭਾਈ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਦੇਈਂ ਕਿ ਸਾਨੂੰ ਆ ਕੇ ਦਰਸ਼ਨ ਦੇਣ। सुन के श्री प्रभ कूच करंते, दिल्ली पुर दिश को गमनंते। ਇਉਂ ਵਿਚਾਰਾਂ ਦਸੀਆਂ ਸਾਰੀਆਂ ਭਾਈ ਧਰਮ ਸਿੰਘ ਜੀ ਨੇ, ਤੇ ਇਹ ਵਿਚਾਰਾਂ ਸੁਣ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਕੂਚ ਕਰਦੇ ਹਨ, ਭਾਵ ਚਾਲੇ ਪਾਉਂਦੇ ਹਨ। नगर ग्राम बन सैल विसाले, करत जात श्री प्रभ सुख नाले। ਔਰ ਅਨੇਕਾਂ ਸ਼ਹਿਰਾਂ, ਪਿੰਡਾਂ, ਜੰਗਲਾਂ ਵਿੱਚੋਂ ਲੰਘਦੇ ਹੋਏ ਸਤਿਗੁਰੂ ਪਾਤਸ਼ਾਹ ਬੜੇ ਆਰਾਮ ਦੇ ਨਾਲ ਤੁਰੇ ਜਾ ਰਹੇ ਹਨ, ਸ਼ਹਿਰ ਸਪਾਟਾ ਕਰਦੇ। निकट रहो पुर सुन सुध सारी, आई चल सतगुर असवारी। ਔਰ ਜਦੋਂ ਗੁਰੂ ਪਿਆਰਿਓ ਪਤਾ ਲੱਗਿਆ ਬਾਦਸ਼ਾਹ ਨੂੰ, ਦਿੱਲੀ ਦੇ ਸੰਗਤਾਂ ਨੂੰ, ਲੋਕਾਂ ਨੂੰ, ਬਈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇੜੇ ਆ ਗਏ ਹਨ। सुन सिखन मन उपजो चाहू, दर्शन हेत चले अगवाऊ। ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇੜੇ ਆ ਗਏ ਹਨ, ਇੱਧਰ ਆ ਰਹੇ ਹਨ ਬਹਾਦਰ ਸ਼ਾਹ ਨੂੰ ਮਿਲਣ ਲਈ। ਦਿੱਲੀ ਦੀਆਂ ਸੰਗਤਾਂ ਨੂੰ ਵੀ ਕਹਿੰਦੇ ਚਾਉ ਚੜ ਗਿਆ ਹੈ। एक गाड़ी पर चढ़ताए, केस अतन पर चढ़े बजाए। ਔਰ ਕੋਈ ਗੁਰੂ ਪਿਆਰਿਓ ਗੱਡਿਆਂ ਦੇ ਉੱਤੇ, ਕੋਈ ਰੱਥਾਂ ਦੇ ਉੱਤੇ ਚੜ ਕੇ ਚੱਲ ਪਏ ਅੱਗੋਂ। केतक तो रंगन पर चढ़ चाले, कनी पदाती भाव बिसाले। ਔਰ ਕੋਈ ਘੋੜਿਆਂ ਦੇ ਉੱਪਰ ਚੜ ਕੇ, ਕੋਈ ਪੈਦਲ ਸਵਾਰ ਹੀ ਚੱਲ ਪਏ ਬੜੇ ਪ੍ਰੇਮ ਦੇ ਨਾਲ ਅੱਗੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ। आनिक कोरन को करतारे, मिले जाए मार्ग अगवारे। ਔਰ ਇਸ ਤਰ੍ਹਾਂ ਪੈਂਡਾ ਤੈਅ ਕਰਦੀ ਹੋਈ ਦਿੱਲੀ ਦੀ ਸੰਗਤ ਅੱਗੋਂ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਦੇ ਹਨ ਅਤੇ ਬੇਅੰਤ ਭੇਟਾਵਾਂ ਭੇਟ ਕਰਦੇ ਹਨ। दर्शन कर कर भाव तरंते, चरण सरोजन शीस रखंते। ਔਰ ਦਰਸ਼ਨ ਕਰਕੇ ਬੜਾ ਪ੍ਰੇਮ ਜ਼ਾਹਰ ਕਰਦੇ ਐ, ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਆਪਣਾ ਸੀਸ ਰੱਖ ਕੇ ਮੱਥਾ ਟੇਕਦੇ ਹਨ। वस्त्र विभूषण दर्भ उदारा, अर्पे प्रभ को कई हजारा। ਔਰ ਸੰਗਤਾਂ ਜਿਹੜੀਆਂ ਦਿੱਲੀ ਦੀਆਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੇਅੰਤ ਭੇਟਾਵਾਂ, ਕੱਪੜੇ, ਸੁੰਦਰ ਗਹਿਣੇ, ਮਾਇਆ, ਮੋਹਰਾਂ, ਰੁਪਈਏ, ਬੇਅੰਤ ਮਾਇਆ ਭੇਟ ਕਰਦੇ ਹਨ। सबके करी भावना पूरी, कृपा दृश्य अवलोकत रूरी। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਜੀ ਦੇ ਉੱਤੇ ਕਿਰਪਾ ਦ੍ਰਿਸ਼ਟੀ ਪਾਉਂਦੇ ਹੋਏ ਸਭ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਹਨ। जमुना पार करो प्रभ डेरा, लग्यो दीवान खालसे केरा। ਕਿਉਂ ਚਲੋ ਚਾਲ, ਚਲੋ ਚਾਲ, ਜਮਨਾ ਨੂੰ ਪਾਰ ਕੀਤਾ ਹੈ, ਤੇ ਜਮਨਾ ਦੇ ਪਰਲੇ ਪਾਰ ਜਾ ਕੇ ਸਤਿਗੁਰਾਂ ਨੇ ਪੜਾਅ ਕੀਤਾ ਹੈ, ਤੇ ਸਿੱਖ ਸੰਗਤਾਂ ਆ ਕੇ ਇੱਥੇ ਮਿਲਣ ਲੱਗੀਆਂ। आवे जाहे नगर नर नारी, गुर मूरत पर है बलहारी। ਇਉਂ ਦਿੱਲੀ ਨਗਰ ਦੀਆਂ ਸਿੱਖ ਸੰਗਤਾਂ, ਮਨੁੱਖ, ਇਸਤਰੀਆਂ, ਸਤਿਗੁਰਾਂ ਤੋਂ ਬਲਿਹਾਰੇ ਜਾਣ ਵਾਲੀਆਂ ਸੰਗਤਾਂ ਮਿਲਣ ਲੱਗੀਆਂ। एक दिन डेरा गुरु टिकायो, पुन कर जोर सिख गण आयो। ਤੋ ਇੱਕ ਦਿਨ ਸਤਿਗੁਰਾਂ ਨੇ ਇਸ ਜਗ੍ਹਾ ਤੇ ਡੇਰਾ ਕੀਤਾ, ਸ਼ਾਇਦ ਇਹ ਉਹੀ ਜਗ੍ਹਾ ਜਿਸ ਨੂੰ ਅਸੀਂ ਮਜਨੂ ਟਿੱਲਾ ਕਹਿੰਦੇ ਹਾਂ।
ਜਿੱਥੇ ਪਹਿਲਾਂ ਧੰਨ ਗੁਰੂ ਨਾਨਕ ਦੇਵ ਜੀ ਵੀ ਰੁਕੇ ਹਨ ਔਰ ਫਿਰ ਗੁਰੂ ਪਿਆਰਿਓ ਇੱਥੇ ਸਤਿਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਵੀ ਰੁਕੇ ਹੈ ਤੇ ਛੇਵੇਂ ਪਾਤਸ਼ਾਹ ਜੀ ਵੀ ਇੱਥੇ ਰੁਕੇ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਅਸਥਾਨ ਤੇ ਜਾ ਉਤਰੇ ਹਨ। ਬੈਠੇ ਗੁਰ ਡਿਗ ਬੰਧਨ ਕੀਨਾ, ਖੁਸ਼ੀ ਕਰੀ ਸਭ ਪਰ ਸੁਖ ਲੀਨਾ। ਔਰ ਸਤਿਗੁਰੂ ਇੱਕ ਦਿਨ ਦਾ ਪੜਾ ਕਰਕੇ ਚੱਲਣ ਦੀ ਸਲਾਹ ਕਰਨ ਲੱਗੇ ਤਾਂ ਸਿੱਖ ਸੰਗਤਾਂ ਨੇ ਗੁਰੂ ਪਿਆਰਿਓ ਆ ਕੇ ਬੇਨਤੀ ਕੀਤੀ, ਸ੍ਰੀ ਮੁਖ ਤੇ ਆਇਸ ਫਰਮਾਈ, ਹਮਕੋ ਦਿੱਲੀ ਦੇਹੋ ਦਿਖਾਈ। ਸੰਗਤਾਂ ਰੋਕਣਾ ਚਾਹੁੰਦੀਆਂ ਸੀ, ਪਾਤਸ਼ਾਹ ਜੀ ਕੁਝ ਦਿਨ ਰੋਕੋ। ਪਾਤਸ਼ਾਹ ਕਹਿੰਦੇ ਨਹੀਂ ਸਿੱਖੋ, ਅਸੀਂ ਜਲਦੀ ਤੋਂ ਜਲਦੀ ਦਿੱਲੀ ਪਹੁੰਚਣਾ ਹੈ, ਮੈਨੂੰ ਦਿੱਲੀ ਵਿਖਾਓ ਕਿਰਾਂ। ਕਿਲਾ ਬਾਜ਼ਾਰ ਆਦਿ ਸਭ ਥਾਨ, ਸੁੰਦਰਤਾ ਸੁਨੀਅਤ ਬਹੁ ਕਾਨ। ਮੈਂ ਦਿੱਲੀ ਦੀ ਮਹਿਮਾ ਬੜੀ ਸੁਣੀ ਆ, ਦੇਖਾਂ ਭਲਾ ਇਹ ਕਿਹੋ ਜੀ ਦਿੱਲੀ ਹੈ। ਇੱਥੋਂ ਦਾ ਕਿਲਾ, ਇੱਥੋਂ ਦੇ ਬਾਜ਼ਾਰ, ਇੱਥੋਂ ਦੀ ਸੁੰਦਰਤਾ। ਚਲੋ ਸੰਗਤੋ ਮੈਨੂੰ ਦਿੱਲੀ ਵਿਖਾਉਣਾ ਕਰੋ, ਸ਼ਹਿਰ ਕਿਹੋ ਜਿਹਾ। ਸੁਣ ਕੇ ਸਿੱਖਨ ਕੀਨ ਸਲਾਹੋ, ਅਸਮੰਜਸ ਹਮ ਕੋਈ ਸਮਾਹੋ। ਤੇ ਇਹ ਸੁਣ ਕੇ ਸਿੱਖਾਂ ਨੇ ਸਲਾਹ ਕੀਤੀ ਵੀ ਸਾਡੇ ਵਾਸਤੇ ਕਰਨਾ ਨਾ ਮੁਨਾਸਬ ਹੈ, ਕਿਉਂਕਿ ਇਸ ਤੋਂ ਪਹਿਲਾਂ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਜੀ ਨੂੰ ਦਿੱਲੀ ਤੋਂ ਕੈਦ ਕਰ ਦਿੱਤਾ ਸੀਗਾ ਔਰ ਫਿਰ ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਸੀਗਾ। ਸਿੱਖ ਸੰਗਤਾਂ ਨੂੰ ਪਤਾ ਨਹੀਂ ਸੀਗਾ ਬਈ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨੂੰ ਮਿਲ ਚੁੱਕੇ ਨੇ। ਇਸ ਕਰਕੇ ਉਹਨਾਂ ਨੇ ਸੋਚਿਆ ਵੀ ਸਤਿਗੁਰਾਂ ਨੂੰ ਦਿੱਲੀ ਵਿੱਚ ਕਿਵੇਂ ਲੈ ਕੇ ਜਾਈਏ। ਸਿਆਦ ਮੁਗਲ ਪਠਾਨ ਹਜ਼ਾਰੇ, ਜੰਗ ਕਰਤ ਸਤਿਗੁਰ ਨੇ ਮਾਰੇ। ਇਸੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬੇਅੰਤ ਸਾਜਦ ਪਠਾਨ ਤੁਰਕ ਲੱਖਾਂ ਦੀ ਗਿਣਤੀ ਵਿੱਚ ਮਾਰਨੇ ਕੀਤੇ ਹਨ। ਕਿਸ ਕੋ ਪੁੱਤਰ ਭਤੀਜਾ ਭਰਾਤਾ, ਪੁਰਮੇ ਬਾਸੇ ਕਿਸੋ ਜਮਾਤਾ। ਔਰ ਜਿਨ੍ਹਾਂ ਨੂੰ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ 14 ਜੰਗਾਂ ਦੇ ਵਿੱਚ, ਉਹਨਾਂ ਚੋਂ ਕਿਸੇ ਦਾ ਇੱਥੇ ਪੁੱਤਰ ਰਹਿੰਦਾ, ਕਿਸੇ ਦਾ ਭਤੀਜਾ ਰਹਿੰਦਾ, ਕਿਸੇ ਦਾ ਭਰਾ ਰਹਿੰਦਾ। ਤੇ ਜੀ ਉਹਨਾਂ ਮੁਗਲਾਂ ਪਠਾਨਾਂ ਨੂੰ ਪਤਾ ਲੱਗੇਗਾ ਬਈ ਸਾਡਾ ਦੁਸ਼ਮਣ ਗੁਰੂ ਗੋਬਿੰਦ ਸਿੰਘ ਦਿੱਲੀ ਆਇਆ ਹੈ। ਯਾਦ ਕਸਨ ਬੰਦੀ ਕਨੇ, ਜਿਨ ਕੀ ਰਨ ਮੇ ਸਤਿਗੁਰ ਹਨੇ। ਕਿਤੇ ਐਸਾ ਨਾ ਹੋ ਜਾਵੇ ਉਹਨਾਂ ਮੁਗਲਾਂ ਪਠਾਨਾਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜੰਗ ਹੋ ਜਾਵੇ, ਲੜਾਈ ਹੋ ਜਾਵੇ, ਕੋਈ ਨੁਕਸਾਨ ਹੋ ਜਾਵੇ। ਸੋ ਉਰ ਕ੍ਰੋਧੇ ਜਬੇ ਨਿਹਾਰੇ, ਹੈ ਕਰ ਇਕੱਠੇ ਸ਼ਸਤਰ ਪ੍ਰਹਾਰੇ। ਕਿਤੇ ਐਸਾ ਨਾ ਹੋਵੇ ਗੁੱਸੇ ਚ ਆ ਕੇ ਉਹ ਇਕੱਠੇ ਹੋ ਕੇ ਸ਼ਸਤਰ ਬਣਾ ਦੇਣ। ਅਬ ਰੰਗ ਮਰਿਓ ਪੁੱਤਰ ਤਿਸ ਕੀਰਾ, ਹੋ ਨਹੀਂ ਪ੍ਰਤਾਪ ਅਛੀਰਾ। ਉਹ ਔਰੰਗਜ਼ੇਬ ਮਰ ਗਿਆ ਹੈ, ਬਹਾਦਰ ਸ਼ਾਹ ਭਾਵੇਂ ਰਾਜ ਨੂੰ ਭਾਗ ਨੂੰ ਪ੍ਰਾਪਤ ਕਰ ਗਿਆ ਪਰ ਹਜੇ ਉਹਦਾ ਪ੍ਰਤਾਪ ਨਹੀਂ ਫੈਲਿਆ ਪੂਰਾ। ਨੈਪੇ ਧਰ ਹੈ ਮਰੇ ਕੇ ਮਾਰੇ, ਛਿੜੀ ਜੰਗ ਤਬ ਕੋ ਹਟਕਾਰ ਹੈ। ਕਹਿਣ ਲੱਗੇ ਪਾਤਸ਼ਾਹ ਜੀ ਨੂੰ ਅਸੀਂ ਨਾ ਹੀ ਲੈ ਕੇ ਜਾਈਏ। ਸਿੱਖ ਸੰਗਤ ਦਿੱਲੀ ਦੀ ਡਰਦੀ ਆ ਕਿਤੇ ਐਸਾ ਨਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਵੀ ਘੱਟ ਨਹੀਂ ਤੇ ਉਧਰੋਂ ਪਠਾਨ ਵੀ ਘੱਟ ਨਹੀਂ ਤੇ ਉਹਨਾਂ ਨੇ ਅੱਗੋਂ ਲੜਾਈ ਵਿੱਢ ਲਈ, ਫਿਰ ਕੌਣ ਰੋਕੇਗਾ। ਜਾਤੇ ਪ੍ਰਭੂ ਕੋ ਤਰੀ ਚੜਾਵੋ, ਸ਼੍ਰੀ ਜਮਨਾ ਵਿੱਚ ਕੋ ਲੈ ਜਾਵੋ। ਤਾਂ ਤੀ ਐਦਾਂ ਕਰੋ ਸਤਿਗੁਰਾਂ ਨੂੰ ਇਸ ਜਮਨਾ ਦੇ ਵਿੱਚ ਦੀ ਲੈ ਚੱਲੋ। ਨਿਕਟ ਨਿਕਟ ਕੇ ਸਗਲ ਮਕਾਨਾ, ਤਹਾਂ ਬਤਾਵੋ ਪਿਖੋ ਮਹਾਨਾ। ਬਾਹਰੋਂ ਦਿੱਲੀ ਵਿਖਾ ਦਈਏ ਆਪਾਂ, ਪਠਾਨਾਂ ਮੁਗਲਾਂ ਦੇ ਕੋਲੇ ਨਾ ਹੀ ਲੈ ਕੇ ਜਾਈਏ, ਕਿਉਂਕਿ ਸਿੱਖ ਸੰਗਤ ਜਿਹੜੀ ਦਿੱਲੀ ਦੀ ਆ ਉਹ ਆਪਣੇ ਆਪ ਨੂੰ ਬਹੁਤ ਵੱਡਾ ਦੋਸ਼ੀ ਸਮਝਦੀ ਆ। ਜਦੋਂ ਹਰਿਕ੍ਰਿਸ਼ਨ ਜੀ ਨੇ ਉੱਥੇ ਸਰੀਰ ਛੱਡਿਆ ਦਿੱਲੀ ਦੇ ਵਿੱਚ, ਗੁਰੂ ਤੇਗ ਬਹਾਦਰ ਜੀ ਦੀ ਉੱਥੇ ਸ਼ਹੀਦੀ ਹੋਈ ਗੁਰੂ ਪਿਆਰਿਓ, ਇਸ ਕਰਕੇ ਹਰਗੋਬਿੰਦ ਸਾਹਿਬ ਜੀ ਨੂੰ ਇੱਥੋਂ ਦਿੱਲੀ ਤੋਂ ਹੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ 40 ਦਿਨਾਂ ਵਾਸਤੇ। ਹੁਣ ਸੰਗਤ ਜਿਹੜੀ ਹੈ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਬਈ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਮੁਗਲਾਂ ਪਠਾਨਾਂ ਦੇ ਸਾਹਮਣੇ ਨਾ ਹੀ ਕੀਤਾ ਜਾਵੇ, ਬਾਹਰੋਂ ਦਿੱਲੀ ਵਿਖਾ ਦਿਓ। ਇਸ ਮਸਲਤ ਕਰ ਸਭ ਦਿਲ ਵਾਲੀ, ਮਗਵਾਈ ਇੱਕ ਨਾਉ ਵਿਸਾਲੀ। ਇਸ ਸਲਾਹ ਕਰਕੇ ਦਿਲਵਾਲੀ ਦਿੱਲੀ ਦੀ ਸੰਗਤ ਨੇ ਇੱਕ ਵਧੀਆ ਕਿਸ਼ਤੀ ਮੰਗਵਾਈ ਹੈ ਔਰ ਸੰਗ ਕੇ ਤਕ ਮਗਵਾਈ, ਕਹਿ ਕਰ ਸਤਿਗੁਰ ਲੈ ਚੜਾਈ। ਹੋਰ ਵੀ ਕਈ ਕਿਸ਼ਤੀਆਂ ਮੰਗਾਈਆਂ ਕਿਉਂਕਿ ਸੰਗਤ ਦੇ ਨਾਲ ਵਹੀਰ ਵੀ ਕਾਫੀ ਸੀ। ਸਨੇ ਸਭ ਤਰੀ ਚਲਾਈ, ਪੁਰ ਕੇ ਨਿਕਟ ਤਰਤ ਜਬ ਆਈ। ਇਸ ਤਰ੍ਹਾਂ ਨਦੀ ਜਮਨਾ ਦੇ ਵਿੱਚ ਉਹ ਕਿਸ਼ਤੀਆਂ ਤੋਰਦੇ ਹੋਏ ਜਾਂ ਦਿੱਲੀ ਦੇ ਬਾਹਰਲੇ ਪਾਸੇ ਆਏ ਹਨ। ਦੂਰਬੀਨ ਪ੍ਰਭ ਕੋ ਗਹਿਵਾਈ, ਲਗੇ ਬਤਾਵਣ ਥਲ ਸਮੁਦਾਏ। ਕਹਿੰਦੀ ਉੱਥੇ ਕਿਸ਼ਤੀ 'ਚ ਬੈਠਿਆਂ ਨੂੰ ਇੱਕ ਦੂਰਬੀਨ ਦੇ ਕਰਕੇ ਪਾਤਸ਼ਾਹ ਨੂੰ ਦੂਰੋਂ ਦਿੱਲੀ ਦੇ ਬਾਜ਼ਾਰ ਜਿਹੜੇ ਦਿਖਾਉਣੇ ਕੀਤੇ। ਸ੍ਰੀ ਸਤਿਗੁਰੂ ਬਾਜ਼ਾਰ ਵਿਸਾਲਾ, ਲਾਲਕ ਦੁਰਗ ਲਗ ਹਾਟਣ ਮਾਲਾ। ਇਹ ਮਹਾਰਾਜ ਲਾਲ ਕਿਲਾ ਹੈ
ਔਰ ਨਾਲ ਨਾਲ ਹਟਣ ਮਾਲਾ ਭਾਵ ਹਟੀਆਂ ਹਨ ਵੱਡਾ ਬਾਜ਼ਾਰ ਹੈ। ਜਿਤ ਜੋ ਮਾਖਰੀ ਹੈ ਦਿਖੀ ਅਤ ਸੁੰਦਰ ਸੁਰਪੁਰੀ ਸਰੀਖੀ। ਉਹ ਸਾਹਮਣੇ ਕਿਉਂਕਿ ਦੂਰਬੀਨ ਨਾਲ ਦੂਰੋਂ ਚੀਜ਼ ਨੇੜੇ ਆ ਕੇ ਦਿਖ ਜਾਂਦੀ ਹੈ। ਕਹਿੰਦੇ ਮਸਜਿਦ ਹੈ ਮਹਾਰਾਜ ਜੁਮਾ ਮਸਜਿਦ ਜਿਹੜੀ ਬੜੀ ਮਸ਼ਹੂਰ ਹੈ ਮੁਸਲਮਾਨਾਂ ਦੀ, ਇਹ ਸਾਹਮਣੇ ਦਿਖਾਈ ਦੇ ਰਹੀ ਹੈ। ਵਾਹਨ ਲਾਲ ਲਗੇ ਸਾਰੋ ਬਹੁਤਨ ਦੇ ਕਰ ਦੁਰਗ ਉਸਾਰੋ। ਇਹ ਬੜੀ ਸੁੰਦਰ ਹੈ ਜੁਮਾ ਮਸਜਿਦ ਜਿਹਦੇ ਵਿੱਚ ਪੱਥਰ ਲੱਗੇ ਹੋਏ ਹਨ ਔਰ ਇਹ ਲਾਲ ਕਿਲਾ ਜਿਹੜਾ ਹੈ ਇਹ ਲਾਲ ਪੱਥਰਾਂ ਦਾ ਬਣਿਆ ਹੋਇਆ ਹੈ। ਕਿਸੇ ਵੇਲੇ ਰਾਜਿਆਂ ਨੇ ਬੜਾ ਹੀ ਧਨ ਲਾ ਕੇ ਇਸ ਨੂੰ ਬਣਾਉਣਾ ਕੀਤਾ ਹੈ। ਵਾਸਾ ਕਰਤ ਰਹੇ ਗਨਸ਼ਾਹੂ ਚਿੱਤਰ ਵਿਚਿੱਤਰ ਬਨੇ ਸਮਾਹੂ। ਔਰ ਇਹਦੇ ਵਿੱਚ ਕਈ ਰਾਜੇ ਰਾਜ ਕਰਕੇ ਚਲੇ ਗਏ ਮਹਾਰਾਜ। ਇਸ ਦੇ ਅੰਦਰ ਬਹੁਤ ਸਾਰੇ ਸੁੰਦਰ ਚਿੱਤਰ ਬਚਿੱਤਰ ਅਨੋਖੇ ਚਿੱਤਰ ਬਣੇ ਹਨ। ਇਤਿਆਦਿਕ ਕਹਿ ਸਕਲ ਦਿਖਾਈ ਸਨੇ ਸਰੇ ਤਰਨੀ ਚਲਵਾਈ। ਇਉਂ ਸਿੱਖ ਸੰਗਤਾਂ ਸਤਿਗੁਰਾਂ ਦੇ ਨਾਲ ਕਿਸ਼ਤੀ ਵਿੱਚ ਬੈਠ ਕੇ ਦੂਰਬੀਨ ਰਾਹੀਂ ਦਿੱਲੀ ਦੇ ਬਾਜ਼ਾਰ ਦਿਖਾਉਣ ਲੱਗੀਆਂ ਜੀ। ਮੋਤੀ ਬਾਗ ਉਤਾਰੇ ਜਾਏ ਕਨੇ ਲੋਕ ਆਏ ਉਮੜਾਏ। ਇਉਂ ਬਾਹਰ ਹੀ ਜਮਨਾ ਦੇ ਕਿਨਾਰੇ ਤੇ ਮੋਤੀ ਬਾਗ ਹੈ ਦਿੱਲੀ ਦੇ ਵਿੱਚ, ਉੱਥੇ ਜਾ ਕੇ ਪੜਾ ਕੀਤਾ। ਫਿਰ ਜਿਹੜੀ ਉਸ ਇਲਾਕੇ ਦੀ ਦਿੱਲੀ ਦੀ ਸੰਗਤ ਸੀ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਆ ਕੇ ਦਰਸ਼ਨ ਕੀਤੇ ਜੀ। ਦਰਸ਼ਨ ਕਰ ਕਰ ਸਕਲ ਸਿਦਾਰੇ ਤੈ ਸਤਿਗੁਰ ਤਰ ਬਾਗ ਨਿਹਾਰੇ। ਔਰ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ ਮੋਤੀ ਬਾਗ ਵਾਲੇ ਪਾਸਿਓਂ ਜਾ ਕਰਕੇ, ਤੇ ਗੁਰੂ ਪਿਆਰੋ ਸਤਿਗੁਰਾਂ ਨੇ ਉਸ ਕਿਸ਼ਤੀ ਦੇ ਵਿੱਚ ਬੈਠ ਕਰਕੇ ਤੇ ਫਿਰ ਬਾਹਰ ਬੈਠ ਕਰਕੇ ਬਹੁਤ ਸਾਰਾ ਦਿੱਲੀ ਦਾ ਬਾਹਰਲੀ ਸਾਈਡ ਦੇਖਣੀ ਕੀਤੀ ਆ। ਤਰਨੀ ਪਰ ਲੈ ਚੜਾਏ ਪਹੁੰਚਾਏ ਜੈ ਸਿਵਰ ਲਗਾਏ। ਔਰ ਫਿਰ ਕਿਸ਼ਤੀ ਤੇ ਚੜਾ ਕਰਕੇ ਵਾਪਸ ਉੱਥੇ ਲੈ ਜਾਂਦਾ ਜਿੱਥੇ ਸਤਿਗੁਰਾਂ ਨੇ ਪੜਾਅ ਕੀਤਾ ਸੀ। ਤਬ ਸਤਿਗੁਰ ਸਿੱਖਨ ਸਨ ਕਹਿਓ ਕਰਨ ਫਰੀਬ ਹਮੇ ਸੰਗ ਚਹਿਓ। ਹੁਣ ਜਾਨੀ ਜਾਣ ਸਤਿਗੁਰ ਕੀ ਨਹੀਂ ਜਾਣਦੇ, ਕਹਿੰਦੇ ਸਿੱਖੋ ਤੁਸੀਂ ਸਾਡੇ ਨਾਲ ਛਲ ਕੀਤਾ, ਸਾਨੂੰ ਦਿੱਲੀ ਦੇ ਵਿੱਚ ਨਹੀਂ ਵਾੜਿਆ। ਸਿੱਖਾਂ ਨੇ ਜਾਣ ਕੇ ਨਹੀਂ ਵਾੜਿਆ ਵੀ ਮੁਗਲ ਪਠਾਨ ਕਿਤੇ ਲੜਾਈ ਨਾ ਵਿੱਢ ਕੇ ਬਹਿ ਜਾਣ, ਡਰਦੇ ਸੀ ਵਿਚਾਰੇ। ਪਰ ਪਾਤਸ਼ਾਹ ਨੂੰ ਪਤਾ ਲੱਗ ਗਿਆ, ਮੁੜ ਕੇ ਆ ਕੇ ਪੜਾ ਤੇ ਫੇਰ ਆ ਗਏ ਜਮਨਾ ਦੇ ਕਿਨਾਰੇ ਜਿੱਥੇ ਪੜਾਅ ਕੀਤਾ ਹੈ। ਔਰ ਕਹਿਣ ਲੱਗੇ ਸਿੱਖੋ ਤੁਸੀਂ ਸਾਡੇ ਨਾਲ ਛਲ ਕੀਤਾ ਹੈਗਾ, ਪੂਰੀ ਦਿੱਲੀ ਨਹੀਂ ਵਿਖਾਈ ਸਾਨੂੰ। ਦਿੱਲੀ ਮੈਂ ਸਿੱਖੀ ਮਗਹੀਰਾ ਜਥਾ ਮੁਲੰਮਾ ਕੰਚਨ ਕੀਰਾ। ਮੈਂ ਦਿੱਲੀ ਦੇ ਵਿੱਚ ਸਿੱਖੀ ਦਾ ਜਿਹੜਾ ਹੈ ਉਹਨੂੰ ਵੇਖਣਾ ਚਾਹੁੰਦਾ ਸੀ। ਦਿੱਲੀ ਸਿੱਖੀ ਕਿੰਨੀ ਕੁ ਹੈ, ਸਿੱਖੀ ਦਾ ਮਾਰਗ ਮੈਂ ਵੇਖਿਆ। ਮੈਨੂੰ ਸਿੱਖੀ ਇੱਥੇ ਐਦਾਂ ਲੱਗਦੀ ਹੈ ਜਿਵੇਂ ਸੋਨੇ ਦਾ ਪਾਣੀ ਚੜਾਇਆ ਹੋਵੇ, ਭਾਵ ਵਿੱਚੋਂ ਡਰਦੇ ਹੋ ਤੁਸੀਂ, ਜਿਵੇਂ ਮੁਲੰਮੇ ਵਾਲਾ ਭਾਵ ਉੱਤੇ ਪਾਣੀ ਚੜ੍ਹਿਆ ਹੋਵੇ, ਵਿੱਚ ਤਾਂਬਾ ਚਾਂਦੀ ਪਿੱਤਲ ਹੋਵੇ। ਕਹਿੰਦੇ ਇਸ ਤਰ੍ਹਾਂ ਮੈਂ ਸਿੱਖੀ ਦੇਖੀ ਆ ਦਿੱਲੀ ਦੀ, ਕਿ ਦਿੱਲੀ ਦੀ ਸਿੱਖੀ ਤਾਂ ਮੁਲੰਮੇ ਵਰਗੀ ਹੈ, ਭਾਵ ਤੁਸੀਂ ਡਰਦੇ ਹੋ। ਸੋਦਨ ਬੀਤਿਓ ਪ੍ਰਾਂਤ ਪੁਨ ਪਈ ਸੰਗਤ ਸਕਲ ਦਰਸ ਕੋ ਗਈ। ਤਾਂ ਸਾਰਾ ਦਿਨ ਇਉਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਰਾਤ ਪੈ ਗਈ, ਸੰਗਤਾਂ ਦਰਸ਼ਨ ਕਰ ਕਰਕੇ ਘਰੇ ਗਈ ਹੈ। ਕਰ ਬੰਧਨ ਬੈਠੇ ਜਬ ਪਾਸੀ ਸ੍ਰੀ ਮੁਕਤੀ ਤਬ ਗਿਰਾ ਪ੍ਰਕਾਸ਼ੀ। ਦੂਜਾ ਦਿਨ ਚੜ੍ਹਿਆ, ਫਿਰ ਦੂਜੇ ਦਿਨ ਫੇਰ ਜਿਹੜੀ ਦਿੱਲੀ ਦੇ ਮੋਹਤਵਾਰ ਸੰਗਤਾਂ ਜਿਹੜੀਆਂ ਆ ਕੇ ਫੇਰ ਬੈਠ ਗਈਆਂ। ਔਰ ਧੰਨ ਗੁਰੂ ਤੇ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਨੌਵੇਂ ਸਤਿਗੁਰ ਜੈ ਸੰਸਕਾਰੇ ਤਿਸ ਥਲ ਕੋ ਕੀਜੇ ਨਿਰਧਾਰੇ। ਬਈ ਸਿੱਖੋ ਆਪਾਂ ਉਹ ਥਾਂ ਦੇਖਣਾ ਜਿੱਥੇ ਨੌਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ। ਆਪਾਂ ਉਹ ਥਾਂ ਨੂੰ ਜ਼ਰੂਰ ਦੇਖਣਾ ਹੈ। ਆਗੇ ਅਵ ਰੰਗ ਤੇ ਡਰ ਪਾਵੋ ਆਪ ਨਾ ਰਹੋ ਮੰਦਰ ਬਨਵਾਵੋ। ਅੱਗੇ ਸਾਨੂੰ ਰੰਗੇ ਦਾ ਡਰ ਸੀ, ਹੁਣ ਤਾਂ ਉਹ ਮਰ ਗਿਆ। ਹੁਣ ਆਪਾਂ ਉੱਥੇ ਸਤਿਗੁਰਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਮੰਦਰ ਭਾਵ ਸਥਾਨ ਤਿਆਰ ਕਰੀਏ। ਜਿਸ ਵੇਲੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ ਚਾਂਦਨੀ ਚੌਕ ਦੇ ਵਿੱਚ, ਇੱਥੋਂ ਗੁਰੂ ਪਿਆਰਿਓ ਲੱਖੀ ਸ਼ਾਹ ਬਣਜਾਰਾ ਜਿਹੜਾ ਹੈ ਸਤਿਗੁਰਾਂ ਦੇ ਧੜ ਨੂੰ ਲੈ ਗਿਆ ਸੀ ਆਪਣੇ ਰਕਾਬਗੰਜ ਨਗਰ ਦੇ ਵਿੱਚ। ਇਹ ਨਗਰ ਸੀਗਾ ਦਿੱਲੀ ਦੇ ਬਾਹਰ, ਹੁਣ ਤਾਂ ਸਾਰੀ ਇੱਕੋ ਹੀ ਦਿੱਲੀ ਬਣ ਗਈ ਹੈ। 4 ਛਪੇਰੇ 25 30 40 ਕਿਲੋਮੀਟਰ ਤੱਕ ਥਾਂ ਫੈਲ ਗਿਆ ਸਾਰਾ। ਤੋ ਆਪਣੇ ਨਗਰ ਦੇ ਵਿੱਚ ਲਿਜਾ ਜਾ ਕੇ ਬੜੀ ਤੇਜ਼ੀ ਦੇ ਨਾਲ ਗੁਰੂ ਤੋਂ ਬਲਿਹਾਰੇ ਜਾਂਦਿਆਂ ਹੋਇਆਂ ਇਹਨਾਂ ਵਣਜਾਰਿਆਂ ਨੇ ਆਪਣੇ ਘਰ ਦੇ ਵਿੱਚ ਹੀ ਸਰੀਰ ਨੂੰ ਟਿਕਾ ਕਰਕੇ, ਜੋ ਵੀ ਘਰੇ ਲੱਕੜ ਬਾਲਣ ਮੰਜੇ ਮੁੰਜੇ ਜੋ ਕੋਲੇ ਸੀਗਾ ਉਹ ਇਕੱਠਾ ਕਰਕੇ ਘਰ ਨੂੰ ਅੱਗ ਲਾ ਦਿੱਤੀ। ਕੋ ਸਤਨਾਮ ਸੀ। ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ, ਸਾਰੀ ਸਵਾਹ ਜਿਹੜੀ ਸੀ ਉਹ ਘੜਿਆਂ ਵਿੱਚ ਪਾ ਕਰਕੇ ਉੱਥੇ ਹੀ ਥਾਂ ਪੱਟ ਕੇ ਥੱਲੇ ਨੱਪ ਦਿੱਤੀ। ਨਿਸ਼ਾਨੀ ਕਰਤੀ ਵੀ ਇਸ ਥਾਂ ਤੇ ਅਸੀਂ ਸੰਸਕਾਰ ਕੀਤਾ ਨੌਵੇਂ ਪ੍ਰੀਤਮ ਜੀ ਦਾ। ਤੇ ਸਤਿਗੁਰੂ ਪਾਤਸ਼ਾਹ ਹੁਣ ਦਿੱਲੀ ਦੀ ਸੰਗਤ ਵੀ ਬੈਠੀ ਹੈ, ਉਹਨਾਂ ਨੂੰ ਕਹਿਣ ਲੱਗੇ ਸਾਨੂੰ ਉਹ ਜਗ੍ਹਾ ਵੀ ਦਿਖਾਓ ਜਿੱਥੇ ਮੇਰੇ ਪਿਤਾ ਦਾ ਸੰਸਕਾਰ ਕੀਤਾ ਗਿਆ।
ਔਰ ਹੁਣ ਤੁਹਾਨੂੰ ਕਿਸੇ ਦਾ ਡਰ ਨਹੀਂ ਆ, ਖਤਰਾ ਨਹੀਂ ਆ, ਔਰੰਗਜ਼ੇਬ ਮਾਰਿਆ ਗਿਆ, ਹੁਣ ਕਿਉਂ ਡਰਦੇ ਹੋ? ਰਾਜਾ ਹੁਕਮ ਦੇਵੇਗਾ ਤਾਂ ਉਸ ਨਾਲ ਲੜਾਈ ਹੋਵੇਗੀ, ਹੁਣ ਕੋਈ ਲੜਾਈ ਨਹੀਂ ਹੋਵੇਗੀ। ਚਲੋ ਸਥਾਨ ਦੇਖੀਏ। ਸੁਣ ਕੇ ਸਿੱਖ ਗਏ ਤਬ ਸਿਆਣੇ, ਜੈ ਸੰਸਕਾਰੇ ਜੋ ਤਹਿ ਜਾਣੇ। ਹਾਂ, ਜਿਹੜੇ ਉੱਥੋਂ ਦੇ ਲੋਕ ਜਾਣਦੇ ਸੀਗੇ ਉਹਨਾਂ ਦੇ ਨਾਲ ਗਏ ਔਰ ਉਹ ਜਗ੍ਹਾ ਦੇਖਣੀ ਕੀਤੀ ਹੈ। ਨਿਰਣੇ ਕਰਿਓ ਲਿਓ ਥਲ ਸੋਹੂ, ਬਨਵਾਵੋ ਮੰਦਰ ਸਭ ਕੋ। ਉਹ ਨਿਰਣਾ ਤਸੱਲੀ ਕੀਤੀ ਆ ਵੀ ਹਾਂ ਆਹੀ ਜਗ੍ਹਾ ਹੈ ਜਿੱਥੇ ਲੱਖੀ ਸ਼ਾਹ ਬੰਜਾਰੇ ਦੇ ਘਰ ਵਿੱਚ ਸਤਿਗੁਰਾਂ ਦੇ ਸੁੰਦਰ ਸਰੀਰ ਨੂੰ ਟਿਕਾ ਕਰਕੇ ਸੰਸਕਾਰ ਕੀਤਾ ਗਿਆ ਸੀ, ਸੰਭਾਲ ਕੀਤੀ ਗਈ ਸੀ। ਬਾਦਸ਼ਾਹ ਕਹਿਣ ਲੱਗੇ ਹੁਣ ਇੱਥੇ ਸਤਿਗੁਰਾਂ ਦੇ ਨਾਂ ਤੇ ਇੱਕ ਮੰਦਰ ਭਾਵ ਮਕਾਨ ਬਣਾਓ, ਅਸਥਾਨ ਬਣਾਓ, ਜਿਸ ਨੂੰ ਅੱਗੇ ਜਾ ਕੇ ਅਸੀਂ ਧਰਮਸ਼ਾਲਾ ਤੋਂ ਬਾਅਦ ਗੁਰਦੁਆਰਾ ਕਹਿਣਾ ਸ਼ੁਰੂ ਕਰ ਦਿੱਤਾ। ਕੋ ਸਤਨਾਮ। ਤੋ ਪਾਤਸ਼ਾਹ ਜੀ ਕਹਿੰਦੇ ਬਣਾਓ ਇੱਥੇ। ਪ੍ਰਭ ਦਰਬ ਦਿਓ ਬਹੁ ਤੇਰਾ, ਹੁਕਮ ਮਾਨ ਕਰ ਕੀਨ ਬਡੇਰਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਜੋ ਮਾਇਆ ਇਕੱਠੀ ਹੋਈ ਸੀਗੀ, ਸੰਗਤਾਂ ਨੇ ਭੇਟ ਕੀਤੀ ਸੀ, ਉਹ ਸਾਰੀ ਦਿੱਲੀ ਦੀ ਸੰਗਤ ਨੂੰ ਦੇ ਦਿੱਤੀ ਆ। ਕਹਿੰਦੇ ਆਹ ਲਓ ਪੈਸਾ ਤੇ ਇੱਥੇ ਸੁੰਦਰ ਅਸਥਾਨ ਤਿਆਰ ਕਰਾਓ ਨੌਵੇਂ ਪ੍ਰੀਤਮ ਦਾ। ਜਨ ਲਗੇ ਸਕਲ ਨਰ ਨਾਰੀ, ਕਰੇ ਭਾਵਨਾ ਪੂਰਨ ਸਾਰੀ। ਔਰ ਸਿੱਖ ਸੰਗਤਾਂ ਹੁਣ ਉੱਥੇ ਨਿਡਰ ਹੋ ਕੇ ਸੇਵਾ ਕਰਨ ਲੱਗੀਆਂ। ਪਤਾ ਲੱਗ ਗਿਆ, ਸਤਿਗੁਰਾਂ ਨੇ ਦੱਸਤਾ ਵੀ ਹੁਣ ਡਰੋ ਨਾ। ਜਿਹੜਾ ਰਾਜਾ ਸੀਗਾ ਗੰਦਾ ਉਹ ਮਾਰਿਆ ਗਿਆ ਔਰੰਗਜ਼ੇਬ, ਤੇ ਹੁਣ ਉਸ ਦਾ ਪੁੱਤਰ ਬਹਾਦਰ ਸ਼ਾਹ ਬੈਠਾ, ਉਹ ਕੁਝ ਨਹੀਂ ਕਹੇਗਾ। ਤਾਂ ਸਿੱਖ ਸੰਗਤਾਂ ਨੇ ਫਿਰ ਨਿਡਰ ਹੋ ਕੇ ਸਥਾਨ ਤਿਆਰ ਕਰਾਇਆ। ਉੱਥੇ ਫਿਰ ਗੁਰੂ ਪਿਆਰੋ ਜੋਤ ਬੱਤੀ ਕਰਨ ਲੱਗੇ, ਪੂਜਾ ਅਰਚਨਾ ਸੇਵਾ ਕਰਨ ਲੱਗੇ। ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਹੋਣ ਲੱਗੀਆਂ। ਇਤੇ ਆਦਿਕ ਕਰ ਕਾਜ ਅਛੇਰੀ, ਚਲਣ ਚਹੋ ਸ੍ਰੀ ਗੁਰੂ ਅਗੇਰੇ। ਤਾਂ ਇਹ ਕੰਮ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਲੀ ਤੋਂ ਹੁਣ ਬਹਾਦਰ ਸ਼ਾਹ ਵੱਲ, ਆਗਰੇ ਵੱਲ ਜਾਣ ਦੀ ਸਲਾਹ ਕੀਤੀ ਹੈ। ਸਿੱਖ ਸੰਗਤ ਸਗਰੇ ਚਲੇ ਆਈ, ਬਿਨਤੀ ਕਰੀ ਪ੍ਰਭੂ ਅਗਵਾਈ। ਔਰ ਸਿੱਖ ਸੰਗਤਾਂ ਦਿੱਲੀ ਦੀਆਂ ਜਿਹੜੀਆਂ ਉਹ ਬੇਨਤੀਆਂ ਕਰਦੀਆਂ, ਤੁਮ ਸਮ ਜਿਸ ਕੋ ਦਰਸ਼ਨ ਆਹੈ, ਦਿੱਲੀ ਵਿਖੇ ਰਹੇ ਹਮ ਚਹੈ। ਮਹਾਰਾਜ ਤੁਹਾਡੇ ਵਰਗੇ ਸੁੰਦਰ ਜਿਨ੍ਹਾਂ ਦੇ ਦਰਸ਼ਨ ਸਾਨੂੰ ਹੁੰਦੇ ਹਨ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਿੱਲੀ ਵਿੱਚ ਹੀ ਰਹੋ, ਸਾਡੇ ਕੋਲ ਰਹੋ, ਅੱਗੇ ਨਾ ਜਾਓ ਕਿਤੇ। ਇਸ ਪੁਰ ਸਮ ਦੂਸਰ ਕੋ ਨਾਹੀ, ਸਿੱਖੀ ਬਿਖਰ ਹੈ ਥਿਰ ਸਿਸ ਮਾਹੀ। ਮਹਾਰਾਜ ਦਿੱਲੀ ਬੜਾ ਸੁੰਦਰ ਸ਼ਹਿਰ ਹੈ, ਇਸ ਦੇ ਵਰਗਾ ਹੋਰ ਸ਼ਹਿਰ ਨਹੀਂ। ਇੱਥੇ ਆਪ ਜੀ ਦੀ ਸਿੱਖੀ ਬਹੁਤ ਫੈਲੇਗੀ, ਤੁਸੀਂ ਇੱਥੇ ਹੀ ਰਹੋ ਸਾਡੇ ਕੋਲ। ਪੂਜਨ ਹਿਤ ਟਿਕਾਹੋ ਕੋਈ, ਚਿਤਵਤ ਬੇਸੁਨ ਕਰ ਬਿਦਸੇ। ਔਰ ਮਹਾਰਾਜ ਕਹਿਣ ਲੱਗੇ ਵੀ ਅਸੀਂ ਅੱਗੇ ਜਾਣਾ ਭਾਈ, ਤੇ ਕਹਿੰਦੇ ਫਿਰ ਆਪਣਾ ਕੋਈ ਮੋਹਤਵਾਰ ਦੇ ਕੇ ਜਾਓ, ਜਿਸ ਦੀ ਅਸੀਂ ਸੇਵਾ ਅਰਚਨਾ ਕਰੀਏ, ਜਿਸ ਨੂੰ ਪੂਜਾ ਕਰ ਲਈਏ ਤੁਹਾਡਾ ਜਾਣ ਕੇ। ਦੋਨੋਂ ਮਹਿਲ ਸੰਗ ਮਹਿ ਜੋਏ, ਬੋਲੇ ਸ੍ਰੀ ਮੁਖ ਤੁਮ ਸੁਖ ਹੋਏ। ਅੱਛਾ, ਫਿਰ ਪਾਤਸ਼ਾਹ ਸਲਾਹ ਕਰਨ ਲੱਗੇ ਵੀ ਸਾਡੇ ਨਾਲ ਸਾਡੇ ਦੋ ਮਹਿਲ ਹਨ, ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ। ਕਹਿਣ ਲੱਗੇ ਵੀ ਐਂ ਕਰੋ ਘਰ ਵਾਲਿਓ, ਤੁਸੀਂ ਇੱਥੇ ਰਹੋ ਤਾਂ ਕਿ ਤੁਸੀਂ ਇੱਥੇ ਸੁਖੀ ਰਹੋਗੇ। ਹਮਨੇ ਦੱਖਣ ਜਾਣੋ ਦੂਰ, ਤੁਮ ਨਿਤ ਚਲੋ ਕਸ਼ਟ ਹੋਏ ਪੂਰ। ਅਸੀਂ ਦੱਖਣ ਵੱਲ ਦੂਰ ਜਾਣਾ ਹੈ, ਤੁਹਾਨੂੰ ਤਕਲੀਫ ਹੁੰਦੀ ਹੈ, ਕਿਉਂ ਨਾ ਤੁਸੀਂ ਇੱਥੇ ਸੰਗਤਾਂ ਕੋਲੇ ਰਹੋ, ਸੰਗਤਾਂ ਤੁਹਾਡੀ ਸੇਵਾ ਕਰਨਗੀਆਂ। ਦਿੱਲੀ ਮੇ ਤਿਰਤਾਬ ਗਹੀਐ, ਸੰਗਤ ਮੇ ਸੁਖ ਪੂਰਬ ਰਹੀਐ। ਤੁਸੀਂ ਇੱਥੇ ਪੱਕੀ ਰਹੋ ਦਿੱਲੀ ਦੇ ਵਿੱਚ, ਸੰਗਤਾਂ ਤੁਹਾਡੀ ਸੇਵਾ ਕਰਨਗੀਆਂ। ਦਿਨ ਪ੍ਰਤ ਕੋਚ ਬਿਖਾਦ ਕਰੰਤਾ, ਇਹਾ ਬਸੇ ਸੁਖ ਸਮਾ ਬਿਰੰਤਾ। ਅਸੀਂ ਤਾਂ ਦਿਨ ਰਾਤ ਚੱਲਦੇ ਹੀ ਰਹਿੰਦੇ ਆ, ਕੋਚ ਹੁੰਦਾ ਚੱਲਣਾ, ਦਿਨ ਪ੍ਰਤੀ ਰੋਜ਼ ਹੀ ਅਸੀਂ ਤਾਂ ਚੱਲਦੇ ਰਹਿੰਦੇ ਆ। ਚੱਲਣ ਦੇ ਵਿੱਚ ਬਖਾਦ ਭਾਵ ਤਕਲੀਫ ਤਾਂ ਹੈ ਹੀ ਨਾ, ਤੁਸੀਂ ਇੱਥੇ ਸੁਖੀ ਬਸੋ। ਸੁਣ ਸੁੰਦਰੀ ਦ੍ਰਿਗ ਭਰ ਬਹਰੋਈ, ਸੁਤ ਕੋ ਸਿਮਰ ਸਿਮਰ ਦੁਖ ਹੋਈ। ਤੇ ਮਾਤਾ ਸੁੰਦਰ ਕੌਰ ਜੀ ਕਹਿਣ ਲੱਗੇ ਪਾਤਸ਼ਾਹ, ਇੱਕ ਮੇਰਾ ਸਹਾਰਾ ਮੇਰਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਵੱਡਾ ਪੁੱਤਰ ਇਹਨਾਂ ਦਾ ਹੈ, ਤਾਂ ਛੋਟੇ ਜਿਹੜੇ ਸਾਹਿਬਜ਼ਾਦੇ ਹੈ ਉਹ ਮਾਤਾ ਜੀਤੋ ਜੀ ਦੇ ਹਨ ਤਿੰਨੇ, ਤੇ ਮਾਤਾ ਸਾਹਿਬ ਕੌਰ ਜੀ ਦਾ ਖਾਲਸਾ ਪੰਥ ਹੈ। ਕਹੋ ਸਤਨਾਮ ਸ੍ਰੀ। ਤਾਂ ਮਾਤਾ ਸੁੰਦਰ ਕੌਰ ਜੀ ਬਰਾਹ ਕਰਨ ਲੱਗੇ ਆਪਣੇ ਪੁੱਤਰ ਨੂੰ ਯਾਦ ਕਰਕੇ। ਏਤਕ ਬਾਰ ਦ੍ਰਿਗਨ ਜਲ ਡਾਰਾ, ਪੁਨ ਸ਼੍ਰੀ ਪਤ ਕੇ ਸਾਥ ਉਚਾਰਾ। ਔਰ ਬਰਾਹ ਕਰਦੇ ਹੋਏ ਅੱਖਾਂ 'ਚੋਂ ਪਾਣੀ ਗੇਰਦੇ ਹੋਏ ਆਪਣੇ ਪਤੀ ਭਾਵ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ, ਤੁਮ ਸਮਰੱਥ ਸਭ ਬਿਦ ਗੁਣ ਖਾਨੀ, ਪੁਰੁ ਕਾਮਨਾ ਸਿੱਖ ਮਹਾਨੀ। ਕਹਿਣ ਲੱਗੇ ਮਾਤਾ ਸੁੰਦਰ ਕੌਰ ਜੀ, ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ,
ਆਪਣੇ ਸਿੱਖਾਂ ਦੀਆਂ ਜਿਵੇਂ ਇੱਛਾਵਾਂ ਪੂਰੀਆਂ ਕਰਦੇ ਹੋ। मैत दुखी निकट तुम रहे एक पुत्रा तिस पे मृत्यु लहे। ਔਰ ਮੈਨੂੰ ਤਾਂ ਬੜਾ ਦੁੱਖ ਹੈ, ਮੇਰਾ ਇੱਕੋ ਇੱਕ ਪੁੱਤਰ ਸੀਗਾ, ਉਹ ਸ਼ਹੀਦੀ ਪਾ ਗਿਆ ਹੈ। इस लंब में जियो गोसाई बिछड़ अकेली रहस थाई। ਮੈਂ ਇੱਥੇ ਕਿਹਦੇ ਸਹਾਰੇ ਰਹੂੰਗੀ ਕੱਲੀ। प्रथम कुटाम्ब आपको पारा चार पुत्र चारू सो कुमारा। ਪਹਿਲਾਂ ਆਪ ਜੀ ਦਾ ਕਿੱਡਾ ਵੱਡਾ ਪਰਿਵਾਰ ਸੀ, 4 ਸੁੰਦਰ ਪੁੱਤਰ ਸਨ ਸ਼ਹਿਬਜ਼ਾਦੇ। सासू सहत सो रहत सुखियारी संकट हो तो ना किसो प्रकारी। ਮੇਰੀ ਸੱਸ ਵੀ ਨਹੀਂ ਹੈ, ਉਹ ਵੀ ਚਲੇ ਗਏ, 4 ਸ਼ਹਿਬਜ਼ਾਦੇ ਵੀ ਨਹੀਂ ਹੈ। ਮਹਾਰਾਜ ਮੈਂ ਇੱਥੇ ਕੱਲੀ ਕਿਆ ਕਰਾਂਗੀ। चित कित अवलोकत दृग शीतल उदत जिनो ते अणद ही तल। ਜਿੱਧਰ ਕਿੱਧਰ ਵੇਖ ਕੇ ਨੈਣਾ ਵਿੱਚ ਠੰਡ ਪੈ ਜਾਂਦੀ ਸੀ, ਉਹਨਾਂ ਨੂੰ ਦੇਖ ਕੇ, ਸ਼ਹਿਬਜ਼ਾਦਿਆਂ ਨੂੰ, ਪਰਿਵਾਰ ਨੂੰ ਦੇਖ ਕੇ। ਪਰ ਹੁਣ ਤਾਂ ਉਹ ਆਨੰਦ ਹੀ ਖਤਮ ਹੋ ਗਿਆ ਹੈ। सावन बिहीन रही दुर्भागन तुमरे दर्शन की अनुरागन। ਤੇ ਉਹ ਵੀ ਸਾਰੇ ਮੇਰੇ ਨਾਲ ਨਹੀਂ, ਤੇ ਹੁਣ ਤੁਸੀਂ ਵੀ ਮੈਨੂੰ ਛੱਡ ਕੇ ਜਾ ਰਹੇ ਹੋ। निज डिगते पी चाहो बिछोरी कौन दशा हुई तब मोरी। ਤੁਸੀਂ ਮੈਨੂੰ ਆਪਣੇ ਨਾਲੋਂ ਵੀ ਵਿਛੋੜਨਾ ਚਾਹੁੰਦੇ ਹੋ, ਤਾਂ ਮੇਰੀ ਕੀ ਹਾਲਤ ਹੋਵੇਗੀ ਫਿਰ ਦੇਖ ਲਓ। ਸਮਰਤ ਚੁੱਤ ਸਭ ਕਰਬੇ ਮਮ ਹਿਤ ਚਹਿਤ ਜੇ ਕਰਨਾ ਧਰਬੇ। ਤੁਸੀਂ ਸਰਬ ਕਲਾ ਸਮਰੱਥ ਹੋ, ਜੇ ਤੁਸੀਂ ਚਾਹੋ ਮੈਨੂੰ ਇੱਥੇ ਛੱਡਣਾ। ਓ ਮਮ ਸੁਤ ਕੋ ਦੇਹੋ ਬਿਦਤਾਏ ਜਿਸ ਕੋ ਪਿਖੇ ਸ਼ਾਂਤ ਚਿਤ ਪਾਏ। ਫਿਰ ਮੇਰਾ ਪੁੱਤਰ ਪ੍ਰਗਟ ਕਰ ਦਿਓ। ਭਾਵ ਉਹ ਜਿਨ੍ਹਾਂ ਦਾ ਸੰਸਕਾਰ ਹੋ ਚੁੱਕਿਆ, ਤੁਸੀਂ ਉਹਨਾਂ ਨੂੰ ਵੀ ਪ੍ਰਗਟ ਕਰ ਸਕਦੇ ਹੋ, ਸਰਬ ਕਲਾ ਸਮਰੱਥ ਹੋ। ਪਰ ਸਤਿਗੁਰੂ ਇਦਾਂ ਨਹੀਂ ਕਰਦੇ। ਕਹੋ ਸਤਨਾਮ। ਬਾਬਾ ਅਟਲ ਰਾਏ ਜੀ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸੁਪੁੱਤਰ, ਅਚਾਨਚੱਕ ਹੀ ਸ਼ਾਮਾਂ ਨੂੰ ਖੁੱਦੋ ਖੁੰਡੀ ਖੇਡਦੇ ਖੇਡਦੇ ਉਹਨਾਂ ਨੇ ਖੇਡ ਬੰਦ ਕੀਤੀ ਆ, ਤੇ ਇੱਕ ਖੱਤਰੀਆਂ ਦੇ ਲੜਕੇ ਤੇ ਵਾਰੀ ਆ ਗਈ। ਕਹਿੰਦੇ ਚਲੋ ਵੀ ਹਨੇਰਾ ਹੋ ਗਿਆ, ਹੁਣ ਕੱਲ ਨੂੰ ਖੇਡਾਂਗੇ, ਤੇਰੇ ਸਿਰ ਵਾਰੀ ਆ। ਕਹਿਣ ਲੱਗੇ ਠੀਕ ਆ ਜੀ। ਦੂਜੇ ਦਿਨ ਫਿਰ ਬੱਚੇ ਇਕੱਠੇ ਹੋਏ ਖੇਡਣ ਵਾਸਤੇ। ਕਹਿੰਦੇ ਵੀ ਉਹ ਨਹੀਂ ਆਇਆ ਖੱਤਰੀਆਂ ਦਾ ਮੁੰਡਾ ਜਿਹਦੇ ਸਿਰ ਵਾਰੀ ਸੀ। ਤੇ ਉਹਨਾਂ 'ਚੋਂ ਕੋਈ ਬੱਚਾ ਕਹਿੰਦਾ ਵੀ ਉਹ ਤਾਂ ਮਰ ਗਿਆ, ਉਹਦੇ ਰਾਤ ਸੱਪ ਲੜ ਗਿਆ। ਐਂ ਕਿਵੇਂ ਲੜ ਗਿਆ? ਚਲੋ ਘਰੇ ਚੱਲਦੇ ਆ, ਚਲੋ ਸੱਦ ਕੇ ਲਿਆਈਏ। ਗਾਂ ਗਏ, ਪਰਿਵਾਰ ਥੱਲੇ ਬੈਠਾ, ਬੱਚਾ ਵਿਚਾਲੇ ਪਿਆ ਵਿਹੜੇ 'ਚ ਹਜੇ। ਤੇ ਜਾ ਕੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਕਹਿੰਦੇ ਕੀ ਹੋ ਗਿਆ ਭਾਈ ਇਹਨੂੰ? ਤੋ ਇੱਕ ਵਿੱਚੋਂ ਇੱਕ ਮਾਤਾ ਕਹਿਣ ਲੱਗੀ ਜੀ ਇਹ ਮਰ ਗਿਆ। ਐਂ ਕਿਵੇਂ ਮਰ ਗਿਆ? ਉਹ ਕਹਿੰਦੇ ਸੱਪ ਲੜ ਗਿਆ। ਲੈ ਐਂ ਕਿਵੇਂ ਮਰ ਗਿਆ? ਨੇ ਸਾਡੀ ਵਾਰੀ ਦੇਣੀ ਸੀ। ਤੇ ਹੱਥ ਵਿੱਚ ਖੁੰਡੀ ਸੀ, ਉਹ ਧੌਣ 'ਚ ਪਾ ਕੇ ਕਹਿੰਦੇ ਖੜਾ ਹੋ ਵਾਰੀ ਦੇ। ਸਾਧ ਜੇ ਬੋਲੇ ਸਹਿ ਸੁਭਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਕਿਉਂਕਿ ਜਿਹੜੀ ਉਹ ਪਾਵਰ ਹੈ ਨਾ, ਜਿਹੜੀ ਬਾਬੇ ਨਾਨਕ ਵਿੱਚ ਆ, ਉਹਨਾਂ ਦੇ ਸਾਹਿਬਜ਼ਾਦਿਆਂ ਵਿੱਚ ਵੀ ਆ ਜਾਂਦੀ ਹੈ। ਜਿਹੜੀ ਹਰਗੋਬਿੰਦ ਸਾਹਿਬ ਦੇ ਵਿੱਚ ਉਹ ਪਾਵਰ ਹੈ, ਗਾ ਉਹਨਾਂ ਦੇ ਸਾਹਿਬਜ਼ਾਦਿਆਂ ਵਿੱਚ ਵੀ ਹੈ। ਤੇ ਇਸ ਕਰਕੇ ਗੁਰੂ ਪਿਆਰੋ ਬੱਚਾ ਜਿਉਂਦਾ ਹੋ ਗਿਆ। ਖੇਡਦੇ ਰਹੇ। ਜਦ ਸ਼ਾਮਾਂ ਨੂੰ ਕਿਤੇ ਹਰਗੋਬਿੰਦ ਸਾਹਿਬ ਜੀ ਕੋਲ ਆਏ, ਅਕਾਲ ਤਖ਼ਤ 'ਤੇ ਬੈਠੇ ਹਨ ਸਤਿਗੁਰੂ, ਤੇ ਕਿਸੇ ਨੇ ਦੱਸਤਾ ਵੀ ਅੱਜ ਤੁਹਾਡੇ ਅਟਲ ਰਾਏ ਨੇ ਫਲਾਣਿਆਂ ਦਾ ਮੁੰਡਾ ਜਿਉਂਦਾ ਕਰਤਾ। ਮਹਾਰਾਜ ਦੱਸਿਆ ਕਿਸੇ ਨੇ ਖੁਸ਼ੀ 'ਚ ਆ ਕੇ, ਪਰ ਪਾਤਸ਼ਾਹ ਕਹਿੰਦੇ ਇਹ ਕਿਉਂ ਕੀਤਾ? ਸੱਦਿਆ, ਹਾਂ ਵੀ ਅਟਲ ਰਾਏ ਕੀ ਹੋ ਗਿਆ? ਆਪੂ ਜੀ ਕੁਛ ਨਹੀਂ ਹੋਇਆ, ਤੋ ਖੱਤਰੀਆਂ ਦਾ ਮੁੰਡਾ ਜਿਉਂਦਾ ਕਰਤਾ। ਕਹਿੰਦਾ ਜੀ ਆਪੇ ਹੀ ਹੋ ਗਿਆ। ਕਹਿੰਦੇ ਆਪੇ ਨਹੀਂ ਹੋਇਆ, ਤੂੰ ਜਾ ਕੇ ਉਹਦੇ ਗਲ 'ਚ ਖੁੰਡੀ ਪਾ ਕੇ ਖਿੱਚਿਆ ਵੀ ਖੜਾ ਹੋ ਕੇ ਵਾਰੀ ਦੇ, ਉਹ ਮਰ ਗਿਆ ਸੀਗਾ। ਇਹ ਤੋਂ ਪਰਮੇਸ਼ਰ ਦੇ ਕੰਮ ਵਿੱਚ ਢਿੱਕਾ ਲਾਇਆ ਹੈ। ਹੁਣ ਜਾਂ ਤਾਂ ਉਹਦੇ ਥਾਂ ਤੇ ਤੂੰ ਸਰੀਰ ਛੱਡ, ਜਾਂ ਫਿਰ ਮੈਂ ਛੱਡੂੰਗਾ। ਕਹੋ ਸਤਨਾਮ। ਬਾਬਾ ਅਟਲ ਰਾਏ ਜੀ ਕਹਿੰਦੇ ਜੀ ਫਿਰ ਅਸੀਂ ਛੱਡ ਦਿੰਦੇ ਹਾਂ ਜੇ ਸਾਡੀ ਗਲਤੀ ਹੈ ਨਾ। ਤੇ ਮਾਤਾ ਕੌਲਾ ਜੀ ਦਾ ਜੋ ਸਰੋਵਰ ਹੈ ਬਾਬਾ ਅਟਲ ਰਾਏ ਦੇ 8 ਮੰਜ਼ਲੇ ਅਸਥਾਨ ਦੇ ਕੋਲ, ਉੱਥੇ ਜਾ ਕਰਕੇ ਇਸ਼ਨਾਨ ਕਰਕੇ ਸਰੋਵਰ 'ਚ ਕਿਨਾਰੇ 'ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਤੇ ਸ਼ਲੋਕ ਪੜ੍ਹਦੇ ਪੜ੍ਹਦੇ ਚਾਦਰ ਲੈ ਕੇ ਲੰਬੇ ਪੈ ਗਏ ਤੇ ਸਰੀਰ ਤਿਆਗ ਦਿੱਤਾ। ਕਹੋ ਸਤਨਾਮ। ਇਸ ਤਰ੍ਹਾਂ ਸਤਿਗੁਰੂ ਕਰਤਾ ਬਹੁਤ ਕੁਝ ਸਕਦਾ, ਪਰ ਨਹੀਂ, ਪਰਮੇਸ਼ਰ ਦੇ ਭਾਣੇ ਨੂੰ ਗੁਰੂ ਨਹੀਂ ਮੋੜਦਾ। ਤੀਜੇ ਪਾਤਸ਼ਾਹ ਜੀ ਦਾ ਸਮਾਂ ਆਇਆ, ਉਹ ਵੀ ਕਹਿੰਦੇ ਸਤਿਗੁਰ ਭਾਣਾ ਭਾਵੇ, ਗੁਰੂ ਭਾਣੇ ਨੂੰ ਮੋੜਦਾ ਨਹੀਂ, ਮੰਨਦਾ ਹੈ। ਚਲੋ ਖੈਰ ਅੱਗੇ ਚੱਲੀਏ। ਮਾਤਾ ਜੀ ਕਹਿੰਦੇ ਮੇਰਾ ਜੀ ਕਿਵੇਂ ਲੱਗੂਗਾ? ਮੇਰੇ ਕੋਲ ਮੇਰਾ ਪੁੱਤਰ ਵੀ ਨਹੀਂ ਹੈ, ਜਾਂ ਮੇਰਾ ਪੁੱਤਰ ਪ੍ਰਗਟ ਕਰ ਦਿਓ, ਅਸੀਂ ਦੋਨੇ ਰਹਿ ਪਾਂਗੇ। ਮੈਂ ਧੀਰਜ ਧਰ ਕੇ ਰਾਵਰ ਧਿਆਨ ਰੋ ਸਿਮਰਨ ਕਰਕੇ। ਔਰ ਫਿਰ ਅਸੀਂ ਉਹ ਦੋਨੇ ਰਹਿ ਪਾਵਾਂਗੇ, ਆਪ ਜੀ ਦਾ ਧਿਆਨ ਧਰਾਂਗੇ।
ਔਰ जब सुत की सूरत सिमरंती महाकाष्ट ते मैं न मरंती। ਜਦੋਂ ਮੇਰਾ ਵੱਡਾ ਪੁੱਤਰ ਮੇਰੇ ਸਾਹਮਣੇ ਆਉਂਦਾ ਹੈ, ਅੱਖਾਂ ਦੇ ਯਾਦ ਆਉਂਦਾ ਹੈ, ਮੇਰੀ ਸ਼ਕਲ ਸਾਹਮਣੇ ਆ ਜਾਂਦੀ ਹੈ, ਮੈਂ ਮਰ ਕਿਉਂ ਨਹੀਂ ਜਾਂਦੀ? ਕਿਉਂਕਿ ਮਰਨ ਨਾ ਜੋਰ, ਜੋਰ ਨਾ ਜੀਵਨ, ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੂਰ। ਬਾਬਾ ਕਹਿੰਦੇ ਮਰਨਾ ਵੀ ਸਾਡੇ ਹੱਥ ਵਿੱਚ ਨਹੀਂ ਤੇ ਜਿਉਣਾ ਵੀ ਸਾਡੇ ਹੱਥ ਵਿੱਚ ਨਹੀਂ ਹੈ। ਮਾਤਾ ਜੀ ਕਹਿੰਦੇ ਮੈਂ ਉਦੋਂ ਮਰ ਕਿਉਂ ਨਹੀਂ ਜਾਂਦੀ ਜਦੋਂ ਮੈਨੂੰ ਸਾਹਿਬਜ਼ਾਦਾ ਅਜੀਤ ਸਿੰਘ ਯਾਦ ਆਉਂਦਾ ਹੈ, ਸੁੰਦਰ ਸਰੂਪ। ਤਕ ਦੁਖ ਪੂਰ ਪਾ ਮੋਹੇ ਬਿਰੋ ਆਪ ਕੇ ਕਿਆ ਗਤ ਹੋਏ। ਇੰਨਾ ਦੁੱਖ ਤਾਂ ਮੈਨੂੰ ਸਾਹਿਬਜ਼ਾਦੇ ਕਰਕੇ ਹੈ, ਜੇ ਤੁਹਾਡੇ ਤੋਂ ਵਿਛੜ ਗਈ ਫੇਰ ਮੈਨੂੰ ਕਿੰਨਾ ਦੁੱਖ ਹੋਵੇਗਾ। ਮਰ ਜਾ ਮੈਂ ਨਹੀਂ ਰਹਿ ਸਕਦੀ। ਨਾਮ ਮੈਂ ਰਹੋ ਦੁਖਾਰੀ ਤੁਮ ਜਗ ਗੁਰਪਤ ਅਸਗਤ ਵਾਰੀ। ਤੁਸੀਂ ਜਗਤ ਗੁਰੂ ਹੋ, जगत दे मालक हो, मेरे पति हो, महाराज मेरी ऐसी गति क्यों करते हो? सुत की सूरत मोहे दिखाओ जिम कम पूरो एह मम सुआओ। जे तुसी मैनू दिल्ली छड्डना चाहुंदे हो तो मैनू मेरा पुत्र विखाओ, ओह कित्थे है? वाचित परवो लाखन जन की अत बिलाखा है मम मन की। ਲੱਖਾਂ ਸੇਵਕਾਂ ਦੀਆਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰਦੇ ਹੋ, मेरी भी पूरी करो। इसको मान सुखारी रहो बिछड़िस पुरी मजारी। फिर मैं तुहाडा हुक्म मन के तुहाडे तो विछड़ के इस दिल्ली दे विच ਰਹਿ ਪਵਾਂਗੇ। यादक कह कह बरोई भई दीन मन शोक परोई। तो फिर ਸਾਹਿਬਜ਼ਾਦਾ ਅਜੀਤ ਸਿੰਘ ਨੂੰ ਯਾਦ ਕਰਕੇ ਮਾਤਾ ਬਰਾਹ ਕਰਨ ਲੱਗੇ, ਸ਼ੋਕ ਵਿੱਚ ਚਲੇ ਗਏ। बासुर सुत सूरत चितवत दोए समनिंद बारक के बितवत। ਔਰ ਇਸ ਤਰ੍ਹਾਂ ਰੋਜ਼ਾਨਾ ਆਪਣੇ ਛੋਟੇ ਪੁੱਤਰ ਨੂੰ ਦਿਨ ਰਾਤ ਯਾਦ ਕਰਦੀ ਹੈ। ਇੱਕ ਦਿਨ ਇੱਕ ਸਾਲ ਬਰਾਬਰ ਬੀਤਦਾ ਹੈ। ਦੋਹੇਰਾ दीन मनात सुंदरी अत पर्वता ਤ੍ਰਿੰਤਵੰਤ। ਔਰ ਦੀਨ ਮਨਾ ਪਤੀਵਰਤਾ ਮਾਤਾ ਜੀ, ਧੀਰਜ ਨੂੰ ਧਾਰਨ ਵਾਲੀ ਮਾਤਾ ਸੁੰਦਰੀ ਨੂੰ ਜਦ ਇਸ ਤਰ੍ਹਾਂ ਪਤਾ ਲੱਗਿਆ ਵੀ ਮੈਨੂੰ ਇੱਥੇ ਛੱਡਣਾ ਚਾਹੁੰਦੇ ਐ, ਔ ਸਮਤਾ ਦੀਰਘ ਦੁਸ ਹੈ ਜਬ ਇਮ ਭਨਿਓ ਬਿਰਤੰਤ। ਔਰ ਜਦੋਂ ਨਿਮਰਤਾ ਸਹਿਤ ਇਸ ਮਾਤਾ ਨੇ ਬੇਨਤੀ ਕੀਤੀ ਹੈ, श्री सतगुर सुन के सब बानी देन हर कमृत कीन बखानी। ਪਾਤਸ਼ਾਹ ਇਸ ਨੂੰ ਐਸੇ ਬਰਾਗ ਚੋਂ ਬਾਹਰ ਕੱਢਣ ਲਈ ਮਿੱਠੇ ਬਚਨਾਂ ਨਾਲ ਕਹਿੰਦੇ, शुभ मते अखिल जे लोक नाम रूप नाना अवलोक। हे ਸਿਆਣੀ ਇਸਤਰੀ ਸੁੰਦਰ ਕੌਰ, ਇਹ ਸਾਰੀ ਦੁਨੀਆ ਹੀ ਖਤਮ ਹੋਣ ਵਾਲੀ ਹੈ, ਤੂੰ ਕਿਹਾ ਇੱਕ ਸਾਹਿਬਜ਼ਾਦੇ ਦਾ ਸ਼ੌਕ ਕਰ ਰਹੀ ਹੈ। ਤੇ ਪਾਤਸ਼ਾਹ ਜੀ ਇਸ ਨੂੰ ਬੜਾ ਸਮਝਾਉਂਦੇ ਆ, ਪਰ ਕਿਸ ਤਰ੍ਹਾਂ ਛੱਡ ਕੇ ਜਾਂਦੇ ਆ, ਕਿ ਇਹਨਾਂ ਨੂੰ ਆਪਣਾ ਪੁੱਤਰ ਦਿਖਾਉਂਦੇ ਆ ਜਾਂ ਨਹੀਂ, ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगन, हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान सदा विवेक। हे अपरंपर हर हरे हो बनहार। हे संत कै सदा संग आधार। हे ठाकुर होंदा सरो गुण गुण नहीं कोई। नानक दीजै नाम दान आए प्रभ शरणागति। नित दयाल एक अखर हर मन बसत होत निहाल। एक अंकारा सतगुरु प्रसाद सच हुए। वाहिगुरु जी की फतेह है। नासन सोए। वाहिगुरु जी की फतेह है। नासन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ ਸਰਵਣ ਕੀਤਾ, ਪਾਤਸ਼ਾਹ ਖੁਸ਼ੇ ਬਖਸ਼ਣ। ਆਓ ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ